ਵਾਹਿਗੁਰੂ ਵਾਹਿਗੁਰੂ। ਗੁਰੂ ਨਾਨਕ ਪਦ ਪੰਕਜ ਬੰਦਨ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਸ਼੍ਰੀ ਗੁਰੂ ਰਾਮਦਾਸ ਗੁਣ ਗਾਉ ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸ਼ਕ ਸ਼੍ਰੀ ਹਰਿ ਗੋਬਿੰਦ ਸਮਤ ਪਰਗਾਸਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਗੁਰੂ ਤੇਗ ਬਹਾਦਰ ਪਰਮ ਕਿਰਪਾਲ ਪਰਮ ਕਿਰਪਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲ ਤਰੋ ਤਰ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਦੋਹਰਾ ਇਬ ਕਰੇ ਬੰਦੇ ਜੀ ਨਾਕ ਜਪਨੀ ਫੇਰੇ ਵੱਡਾ ਨ ਪਾਕ ਜਿਨਕੇ ਭਾਵਨਾ ਅੰਤਰ ਫੁਰਾ ਕਿਉ ਮੂਰਖ ਤੀਰਥ ਭ੍ਰਮ ਫਿਰਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਣੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਪਿਛਲੇ ਦਿਨੀ ਆਪਾਂ ਵਿਚਾਰਾਂ ਸਰਵਣ ਕਰ ਰਹੇ ਸੀ। ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਪਦੇਸ਼ ਬਖਸ਼ਿਸ਼ ਕੀਤੇ ਕਿ ਜੋ ਬ੍ਰਾਹਮਣ ਹੈ ਤਾਂ ਉਹ ਕਿਹੋ ਜਿਹਾ ਹੋਵੇ ਅਤੇ ਜਿਹੜਾ ਮੇਰਾ ਗੁਰਸਿੱਖ ਹੈ ਉਹਦਾ ਜੀਵਨ ਕਿਹੋ ਜਿਹਾ ਹੋਵੇ। ਪਿਛਲੇ ਦਿਨੀ 3-4 ਦਿਨ ਆਪਾਂ ਇਸ ਵਿਸ਼ੇ 'ਤੇ ਵਿਚਾਰਾਂ ਸਤਿਗੁਰਾਂ ਦੀਆਂ ਸਰਵਣ ਕੀਤੀਆਂ। ਕੁਝ ਰਹਿੰਦੀਆਂ ਵਿਚਾਰਾਂ ਆਰੰਭ ਕਰਕੇ ਸਰਵਣ ਕਰੀਏ। ਉਸ ਤੋਂ ਪਹਿਲਾਂ ਆਪਣੀਆਂ ਅਤੇ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੋ ਬੁਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਇਬ ਕਰੇ ਮੰਦੇ ਜੀ ਨਾਕ ਜਪਦੀ ਫੇਰੇ ਵੱਡਾ ਨ ਪਾਕ। ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿ ਰਹੇ ਸਨ ਕਿ ਜਿਹੜਾ ਬੰਦਾ ਪਖੰਡ ਕਰਦਾ ਹੈ ਔਰ ਮਾਲਾ ਫੇਰਦਾ, ਬਾਹਰੀ ਤੌਰ 'ਤੇ ਪਖੰਡ ਕਰਦਾ ਪਰ ਅੰਦਰੋਂ ਬਦਲਿਆ ਨਹੀਂ, ਮੁੰਦਾ ਜੋ ਨੱਕ ਨੂੰ ਬੰਦ ਕਰਕੇ ਇੱਦਾਂ, ਅੱਖਾਂ ਨੂੰ ਬੰਦ ਕਰਕੇ, ਕੰਨਾਂ ਨੂੰ ਬੰਦ ਕਰਕੇ, ਇਹ ਵੀ ਇੱਕ ਐਸੀ ਪਰੰਪਰਾ ਚੱਲੀ ਹੋਈ ਆ ਵੀ ਇੱਦਾਂ ਸ਼ਾਇਦ ਰੱਬ ਦਿਖਾਈ ਦੇ ਜਾਵੇ। ਇੱਦਾਂ ਕਰਕੇ ਤੇ ਉਧਰੋਂ ਅੱਖਾਂ ਦੇ ਉੱਤੇ ਉਂਗਲਾਂ ਦੇ ਕੇ ਦਾਬ ਦੇ ਕੇ ਪੂਰੀ ਕਹਿੰਦੇ ਐ ਰੱਬ ਮਿਲ ਜਾਂਦਾ। ਬਾਬਾ ਜੀ ਕਹਿੰਦੇ ਸਾਰਾ ਪਖੰਡ ਹੈ। ਪਹਿਲਾਂ ਇੱਦਾਂ ਦੀਆਂ ਗੱਲਾਂ ਚੱਲਦੀਆਂ ਸਨ ਔਰ ਅੱਜ ਵੀ ਇਸ ਤਰ੍ਹਾਂ ਦੀ ਪਖੰਡਬਾਜ਼ੀ ਚੱਲਦੀ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇੱਦਾਂ ਦਾ ਕਰਨ ਵਾਲਾ ਜਿਹੜਾ ਮੇਰਾ ਸਿੱਖ ਹੈ ਉਹ ਕਦੇ ਵੀ ਮੇਰਾ ਸਿੱਖ ਨਹੀਂ ਹੋ ਸਕਦਾ। ਬਾਹਰੀ ਤੌਰ 'ਤੇ ਮਾਲਾ ਫੇਰਦਾ ਪਰ ਅੰਦਰੋਂ ਜੀਵਨ ਨੂੰ ਬਦਲਿਆ ਨਹੀਂ। ਇਸੇ ਗੱਲ ਨੂੰ ਕਬੀਰ ਸਾਹਿਬ ਜੀ ਕਹਿ ਰਹੇ ਸੀਗੇ, ਕਬੀਰ ਗੰਗਾ ਤੀਰ ਜੋ ਘਰ ਕਰੈ ਪੀਵੈ ਨਿਰਮਲ ਨੀਰ ਬਿਨ ਹਰ ਭਗਤ ਨ ਮੁਕਤ ਹੋਏ ਇਉਂ ਕਹਿ ਰਮੇ ਕਬੀਰ। ਕਬੀਰ ਸਾਹਿਬ ਜੀ ਵੀ ਇੱਦਾਂ ਕਹਿ ਕੇ ਗਏ ਹੈ। ਸਤਿਗੁਰਾਂ ਨੇ ਬਾਣੀ 'ਚ ਲਿਖਿਆ ਹੈ
कि भावें कोई तीर्थां दे उत्ते जाके घर पा लवे, दिन रात गंगा दे पानी दे विच ही वो इशनान करी जावे, उहदा पानी पी जावे तो मुक्त हो जाएगा, नहीं हो सकता भगती तो बिना। तो गुरु प्यारो, ये नक नूं फड़ के इदां जे पखंड जा करन दा एक पखंड किसी चोर ने चलाया सी। ओ सतनाम सी। पर एक कहानी है एक छोटी जी साझी कर लैने आ। कहते कोई चोर चोरी करन गया सीगा ते चोरी करन गया तो उधरों घर वाले जाग पे, ये मगर पे तो किसी ने चलावी कद तलवार या कोई चीज़ तिखी मारी, ये नक ते वजी तो नक वढ़िया गया, पर भज गया उत्थों। नक नूं जिवें किवें नप के फड़ के भज गया। तो गुरु प्यारो अगे जाके ने मल पट्टी कला ली, नक नूं आरामता आ गया, पर हुण वड्डे नक वाला दुनिया नूं मूँह किवें दिखावे। तो कहंदे लोड़ काढ़ दी माँ है, ये अंदर एक काढ़ निकली बई क्यों ना लोकां नूं कमले बनाईए, पखंड अपना बुद्धू बनाईए, बई रब नूं देखण विच नक दा उल है, मैं ताईओ नक वढाया। कोई सतनाम, मैनूं रब दिसण लग पिया। इहने इहो जी ब्योंत बना के एक पिंड विच जाके ते नच्चण लग पिया। पिंड वाले कहते वो तू नच्ची जाना, कहना मैनू रब के दर्शन हो रहे हैं, इसे करके मैं दर्शन करके नच रहा। वो लोग कहते सानू क्यों नहीं दिसदा, कहते सोनू किवें दिसूगा, नक दा उल है। कहो सतनाम, ताइयों तो मैं नक वढ़ा के देखिया। कहते फिर दिसन लग जूगा, कहने हाँ तुसीं नक वढ़ा लो, सोनू दिसन लग जूगा। वो चो कोई बाला काला रब नूं पाउण वाला कहना मैनू विखा, कहना आ जा। पासे ले जाके नक वढ़िया, कह दिसिया तो है नहीं, कह दिसिया तो मैनू भी नहीं, पर जे तू लोगों को कहेगा भी नहीं दिसदा तो तेन दुनिया बुद्धू कहेगी, तू नाल ही तू नच्चण लग जा। कहो सतनाम। तो चेला नच्चण लग्या, 2 तो बाद 4 होए, 4 तो बाद 10 होए, 5 7 10 दे नक वढ़ते इन्हां ने, ते हुण एक टोला बन गया नक वढ़ियां दा। कहो सतनाम। ते नक वढ़े गांह दी गांह हुण अपनी गल नूं लुको के लोकां दे विच रौला पाउंदे, नाले खाण पान चल पिया इन्हां दा। एक नवां धर्म पैदा हो गया, को धर्म कह दिओ, धर्म तां मैं कह नहीं सकदा। ते एक नगर भी चले गए ते उत्थे भी जाके नच्चण लगे सारे इकट्ठे हो के। उत्थों दे राजे नूं पता लग्या भी कहंदे यार जिहड़ा एक नवां आए न बंदे कहंदे रब दे दर्शन कराउंदे आ। वो राजे कन्नां दे कच्चे हुंदे आ। राजा कहंदा यार मैं तां आप करने आ। ते वजीर सी कोई पुरातन बुढ़ा तजर्बेकार सियाणा बंदा, कहंदा राजा साहब की पता नक वढ़े दिसे कि ना दिसे, जे तुसीं नक वढ़ा लिया तो मुड़ के राज करन जोगे भी रहने ते रब भी नहीं दिसना। कई राजे भरथरी वर्गे मगरों पछताए आ, गोरखनाथ दे चेले बन के राज भाग छड्ड के, राणियां छड्ड के, लाला ने भरे खजाने छड्ड के ते मगरों पछताउणा पिया, पर फिर घरे आउण जोगे रहे नहीं, क्योंकि कन्न पाड़ ते अगले ने मुंदरा पातियां, आपदियां निशानियां लातियां, घुण मौण करते। मगरों पछताया, फिर भरथरी दा बाबे नानक ने उधार किया सीगा, बाबे नानक दे समय सीगा वो। राजा कहना मैं तो आप दर्शन करने आए। वजीर कहना राजा साहब गल है भी मैं तो होया पिया बुढ़ा, बाद तो बाद मैं अंदर बह के खा लूँगा, जे ना दिसिया, जे दिस गया तो मैं तुहानूं दस दूँ, फिर तुसीं भी बढ़ा लिओ। कहंदे ठीक आ। तो वजीर आ गया, तो वजीर कहना भी मैं तो आप देखना, कहने भी दिखा देंगे। कहने फिर की करना पू, कहने नक वढ़ना पऊगा, नक दे ओहले च रब रहिंदा। कहो सतनाम। वो कहने भी जे ना दिसिया, कहने लगा गल ही कोई नहीं, तू चलता साडे नाल लै गए पासे भी, जे वजीर का नक वढ़िया राजे का वढ़ देंगे फिर तो सारा पिंड ही नक वढ़िया का बन जूगा, साडे चेले बन जाणगे। वजीर का नक वढ़ता तो वजीर कहना दिसदा नहीं गा। वो कहना दिसदा तो सानू भी नहीं गा, तू भी नाल नच्चण लग जाए, तेनू मूर्ख कहणगे। उन्हें मारी लपेट खिचा के ते राजे ने कहा राजा साहब सारे नूं अंदर करो, इन्हां लोकां दीआं रूहां बदरूहां कीतियां, नक वढ़ वढ़ के कोई रब नहीं दिसदा गा। तो इहो ਜਿਹੇ लोकां दी ही गल इत्थे 10वें पातशाह जी ने कीती है। उन्हां ने 10वीं बाणी दे विच 10वें पातशाह जी ने इहो ਜਿਹੇ बेअंत पखंडियां दा पखंड ਜ਼ਾਹਰ कीता है। कहंदे है फल के आकाश में उड़ैया तो चिड़ी के बटेर कहिए, जे कहिए भी जोगी कहने असीं आकाशां 'ਚ उड्डण लग पे, ये तो काम चिड़ी का बच्चा कर लैंदा। कहो सत किड्डी क वड्डी उन्होंने तुसीं प्राप्ति कर ली।
ਜੇ ਕਹਿੰਦੇ ਕੋਈ ਇਹ ਕਹੇ ਕਿ ਮੈਨੂੰ ਇੱਦਾਂ ਹੋ ਰਿਹਾ ਤੇ ਪਾਤਸ਼ਾਹ ਜੀ ਨੇ ਜਿਉਂ ਕਹਿੰਦਾ ਮੈਂ ਦੁੱਧ ਪੀਣਾ, ਮੈਂ ਹੋਰ ਨਹੀਂ ਕੁਝ ਪੀਂਦਾ, ਦੁੱਧ ਦਾ ਧਾਰੀ ਆ ਭਾਈ, ਮੈਂ ਚਾਹ ਛੱਡੀ ਹੋਈ ਆ, ਨਸ਼ੇ ਛੱਡੇ ਹੋਏ ਆ, ਚੰਗੀ ਗੱਲ, ਨਸ਼ਾ ਨਹੀਂ ਕਰਨਾ ਚਾਹੀਦਾ। ਪਰ ਪਾਤਸ਼ਾਹ ਕਹਿੰਦੇ ਦੁੱਧ ਤਾਂ ਫਿਰ ਗਾਂ ਦਾ ਬੱਚਾ ਵੀ ਪੀਂਦਾ, ਫਿਰ ਤਾਂ ਬੱਚੇ ਤੋਂ ਵੱਧ ਨਹੀਂ। ਕਹੋ ਸਤਨਾਮ। ਇਸ ਤਰ੍ਹਾਂ ਹੀ ਦਸਮ ਗ੍ਰੰਥ ਵਿੱਚ ਬਾਣੀ ਆ 10ਵੇਂ ਪਾਤਸ਼ਾਹ ਜੀ ਦੀ। ਤਾਂ ਸਤਿਗੁਰਾਂ ਨੇ ਗੁਰੂ ਪਿਆਰਿਓ ਇਸ ਤਰ੍ਹਾਂ ਦਰਸ਼ਨਾ ਕੀਤਾ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਡਿੰਬ ਕਰੇ ਮੂੰਦਾ ਜੇ ਨਾਕ, ਜੇ ਪਖੰਡ ਕਰਦਾ ਨੱਕ ਬੰਦ ਕਰਕੇ ਮੈਨੂੰ ਰੱਬ ਦਿਸਣ ਲੱਗ ਪਿਆ। ਇਸ ਗੱਲ ਨੂੰ ਬਾਣੀ ਚੋਂ ਲੈ ਲਓ। ਆਂਖ ਮੀਟੈ ਨਾਕ ਪਕੜੈ, ਸੂਝ ਤੇ ਤਿਨ ਲੋ, ਮਗਰ ਪਾਤਸ਼ਾਹ ਕਛੂ ਨਾ ਸੂਝਾਏ ਪਦ ਮਿਲੋ। ਹਰਿਦੁਆਰ ਦੀ ਗੱਲ ਬਾਬੇ ਨਾਨਕ ਨੇ ਉਹ ਬ੍ਰਾਹਮਣ ਦਾ ਗੜਵਾ ਮੂਹਰੋਂ ਚੱਕ ਕੇ ਮਗਰ ਰੱਖਿਆ ਜਿੱਥੇ ਜਾ ਕੇ, ਤੇ ਪਹਿਲਾਂ ਅੱਖਾਂ ਮੀਚ ਕੇ ਨੱਕ ਨੂੰ ਫੜ ਕੇ ਕਹਿੰਦਾ ਸੀਗਾ ਮੈਨੂੰ ਵਿਸ਼ਨੂਪੁਰੀ ਦਿਸ ਰਹੀ ਆ, ਮੈਨੂੰ ਬ੍ਰਹਮਾਪੁਰੀ ਦਿਸ ਰਹੀ ਆ, ਮੈਨੂੰ ਸ਼ਿਵਪੁਰੀ ਦਿਸ ਰਹੀ ਆ। ਵਿਚਾਰੇ ਭੋਲੇ ਭਾਲੇ ਲੋਕ ਸੱਚ ਮੰਨ ਕੇ ਬੈਠੇ ਸੀ ਮੂਹਰੇ, ਤੇ ਚੱਲਦੇ ਚੱਲਦੇ ਬਾਬਾ ਨਾਨਕ ਜੀ ਵਿੱਚ ਜਾ ਬੈਠੇ। ਕੁਝ ਸਮਾਂ ਸੁਣੀਆਂ ਗੱਲਾਂ, ਕਹਿੰਦੇ ਮਰਦਾਨੇ ਆਏ ਕਰ, ਇਹਦਾ ਗੜਵਾ ਚੱਕ ਕੇ ਮਗਰਲੇ ਪਾਸੇ ਰੱਖਿਆ। ਕਹੋ ਸਤਨਾਮ। ਹੁਣ ਗੜਵੇ ਵਿੱਚ ਟਨ ਟਨ ਹੁੰਦੀ ਸੀ, ਜੱਜਮੈਂਟ ਹੁੰਦੀ ਸੀ ਵੀ 1 ਰੁਪਈਆ ਹੋਰ ਆ ਗਿਆ ਚਾਂਦੀ ਦਾ। ਜਦੋਂ ਚੱਕ ਕੇ ਗੜਵਾ ਮਗਰ ਰੱਖਤਾ ਉਹ ਟਨ ਟਨ ਬੰਦ ਹੋ ਗਈ। ਕਹੋ ਸਤਨਾਮ। ਜਦੋਂ ਬੰਦ ਹੋ ਗਿਆ ਖੜਕਾ ਗੜਵੇ 'ਚ ਹੋਣਾ, ਅੱਖਾਂ ਖੋਲੀਆਂ, ਕਹਿੰਦਾ ਮੇਰਾ ਗੜਵਾ ਕਿਹਨੇ ਚੱਕਿਆ? ਉਹ ਸਾਰੇ ਹੱਸ ਪਏ, ਮੂਰਖਾ ਤੈਨੂੰ ਵਿਸ਼ਨੂਪੁਰੀ ਬ੍ਰਹਮਾਪੁਰੀ ਸ਼ਿਵਪੁਰੀ ਦਿਸੀ ਜਾਂਦੀ ਆ, ਗੜਵਾ ਨਹੀਂ ਦਿਸਦਾ। ਖੱਤਰੀਆਂ ਤੈ ਧਰਮ ਛੋੜਿਆ, ਮਲੇਸ਼ ਭਾਖਿਆ ਗਹੀ, ਸ੍ਰੇਸ਼ਟ ਸਾਹਿਬ ਇੱਕ ਵਰਨ ਹੋਈ, ਧਰਮ ਕੀ ਗਤ ਰਹੀ। ਆਂਖ ਮੀਟੈ ਨਾਕ ਪਗੜੈ, ਸੂਝ ਤੇ ਤਿਨ ਲੋ, ਮਗਰ ਪਾਤਸ਼ਾਹ ਕਛੂ ਨਾ ਸੂਝਾਏ ਪਦਮ ਅਲੋ। ਪਦਮ ਹੁੰਦਾ ਧਰਤੀ, ਇੰਨਾ ਥਾਂ ਕਿਵੇਂ ਲੁਕਿਆ ਰਹਿ ਗਿਆ? ਤੇ ਇੱਥੋਂ ਤਿੰਨੇ ਲੋਕ ਦਿਸਦੇ ਆ ਤੈਨੂੰ। ਤਾਂ ਦੁਨੀਆ ਬੜੀ ਹੱਸੀ ਵੀ, ਇਹਨੂੰ ਆਪਦਾ ਪਿਛਲਾ ਪਾਸਾ ਦਿਸਦਾ ਨਹੀਂ ਵੀ ਗੜਵਾ ਕਿੱਥੇ ਪਿਆ। ਬਾਬਾ ਜੀ ਕਹਿੰਦੇ ਪੰਡਤ ਜੀ ਤੁਹਾਡੇ ਆਸੇ ਪਾਸੇ ਹੋਣਾ। ਉਹ ਛੋਟੀ ਉਮਰ ਸੀ ਬਾਬਾ ਜੀ ਦੀ, ਪੰਡਤ ਵੱਡੀ ਉਮਰ। ਕਹਿੰਦਾ ਬੱਚਾ ਤੈਨੂੰ ਨਹੀਂ ਪਤਾ ਇਹਨਾਂ ਗੱਲਾਂ ਦਾ, ਇਹ ਬੜੀਆਂ ਦੂਰ ਦੀਆਂ ਗੱਲਾਂ। ਕਹਿੰਦੇ ਠੀਕ ਆ, ਲੱਭ ਲਾ। ਫਿਰ ਨਾ ਲੱਭਿਆ ਗੜਵਾ, ਤੇ ਫਿਰ ਪਾਤਸ਼ਾਹ ਕਹਿੰਦੇ ਤੇਰੇ ਮਗਰ ਗੜਵਾ ਪਿਆ, ਇਹਨੂੰ ਮਗਰ ਪਿਆ ਗੜਵਾ ਦਿਸਦਾ ਨਹੀਂ ਗਾ, ਤੇ ਤੂੰ ਕਹਿਣਾ ਮੈਨੂੰ ਬ੍ਰਹਮਾਪੁਰੀ ਦਿਸ ਰਹੀ ਹੈ, ਵਿਸ਼ਨੂਪੁਰੀ ਦਿਸਦੀ ਆ। ਤੈਨੂੰ ਇਹ ਪਤਾ ਕਿ ਤੇਰੇ ਥੱਲੇ ਖਜ਼ਾਨਾ ਨੱਪਿਆ ਹੋਇਆ ਤੇ ਤੂੰ ਝੂਠ ਬੋਲੀ ਜਾਂਦਾ। ਫਿਰ ਮੰਨ ਗਿਆ, ਕਹਿੰਦਾ ਮੈਂ ਤਾਂ ਜੀ ਜਮਾਂ ਝੂਠ ਬੋਲਦਾ ਹੈ, ਮੈਂ ਤਾਂ ਪੇਟ ਪਾਲਣ ਵਾਸਤੇ ਕੰਮ ਕੀਤਾ ਹੋਇਆ। ਕਹੋ ਸਤਨਾਮ। 10ਵੇਂ ਪਾਤਸ਼ਾਹ ਕਹਿੰਦੇ ਜਿਹੜਾ ਪਖੰਡ ਕਰਦਾ ਉਹ ਮੇਰਾ ਸਿੱਖ ਨਹੀਂ ਹੈਗਾ। ਡਿੰਬ ਕਰੇ ਮੂੰਦਾ ਜੇ ਨਾਕ, ਜਪਨੀ ਫੇਰੇ ਬੜਾ ਨਪਾਕ, ਉਹ ਬੜਾ ਗੰਦਾ ਹੈ ਜਿਸ ਦੇ ਅੰਦਰ ਪ੍ਰੇਮਾ ਭਾਵ ਪੈਦਾ ਨਹੀਂ ਹੋਇਆਗਾ। ਤੇ ਫਿਰ ਉਸ ਪੰਡਤ ਨੂੰ ਪਾਤਸ਼ਾਹ ਕਹਿੰਦੇ ਪਖੰਡਬਾਜ਼ੀ ਛੱਡ, ਜੇ ਪੈਸਿਆਂ ਦੀ ਲੋੜ ਹੈ ਤੇ ਆਪਦੇ ਥੱਲਿਓਂ ਥਾਂ ਪੱਟ ਇੱਥੇ ਖਜ਼ਾਨਾ ਕੱਢ ਕੇ ਲੈ ਜਾ। ਕਹੋ ਸਤਨਾਮ ਸਿੰਘ। ਇਸ ਕਰਕੇ ਮੇਰੇ ਪ੍ਰੀਤਮ ਜੀ ਕਹਿ ਰਹੇ ਹਨ ਕਿ ਸਿੱਖ ਕਿਹੋ ਜਿਹਾ ਹੋਣਾ ਚਾਹੀਏ ਜੇ ਜਿਨ ਕੋ ਭਾਵਨਾ ਅੰਤਰ ਫੁਰਾ, ਕਿਉ ਮੂਰਖ ਤੀਰਥ ਭ੍ਰਮ ਫਿਰਾ। ਜਿਸ ਦੇ ਅੰਦਰੋਂ ਭਰਮਾਂ ਦੀ ਕੰਧ ਹੀ ਨਹੀਂ ਢੱਠੀ, ਜਿਸ ਦੇ ਅੰਦਰ ਪ੍ਰੇਮਾ ਭਗਤੀ ਪੈਦਾ ਨਹੀਂ ਹੋਈ, ਉਸ ਮੂਰਖ ਨੂੰ ਕੀ ਮਿਲੂਗਾ ਤੀਰਥਾਂ ਦੇ ਭਟਕਣਾ ਕਰਕੇ। ਕਬੀਰ ਸਾਹਿਬ ਜੀ ਨੇ ਇਸ ਵਿਸ਼ੇ 'ਤੇ ਪਹਿਲਾਂ ਦੱਸਤਾ, ਗੰਗਾ ਤੀਰ ਜੋ ਘਰ ਘਰ ਹੈ ਪੀਵੇ ਨਿਰਮਲ ਨੀਰ। ਤੀਰਥ ਨਹਾਵਣ ਜਾਂਦੇ ਆ ਤੇ ਤੀਰਥਾਂ 'ਤੇ ਨਹਾਉਣ ਜਾਂਦੇ, ਤੇ ਪਾਤਸ਼ਾਹ ਜੀ ਕਹਿੰਦੇ ਹਨ ਭਗਤ ਕਬੀਰ ਸਾਹਿਬ ਜੀ, ਨਹਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਭੌ ਲੱਥੀ ਨਹਾਤਿਆਂ ਦੋਏ ਭੌ ਚੜੀ ਅਸ ਹੋਰ। ਇੱਕ ਭੌ ਤਾਂ ਲਾਹ ਗਿਆ ਕਿ ਜਿਹੜੇ ਮੈਂ ਪਿਛਲੇ ਸਾਲ ਪਾਪ ਕੀਤੇ ਸੀ ਗੰਗਾ 'ਚ ਨਹਾ ਕੇ ਤੇ ਮੈਂ ਦੂਰ ਕਰਿਆ ਵਾਂ, ਆਉਂਦਾ ਹੋਇਆ 2-4 ਹੋਰ ਚੜ੍ਹਾ ਲਿਆ। ਕਿਸੇ ਮੇਲੇ ਵਾਲੇ ਦੀ ਚੀਜ਼ ਚੋਰੀ ਕਰ ਲਈ, ਕਿਸੇ ਦੀਆਂ ਬੀਬੀਆਂ ਨੇ ਗਈਆਂ ਤੇ ਚੂੜੀਆਂ ਚੱਕ ਲਈਆਂ ਗੁਆਂਢਣ ਦੀਆਂ, ਬੈਠੇ ਬੈਠੇ ਫੜੀ ਵਾਲੇ ਦੀਆਂ। ਕਹੋ ਸਤਨਾਮ। ਭਾਵ ਗੰਗਾ ਦੇ ਜਾ ਕੇ ਪਵਿੱਤਰ ਸਥਾਨਾਂ 'ਤੇ ਜਾ ਕੇ ਜੇ ਪੁੱਠੇ ਕੰਮ ਨਹੀਂ ਛੱਡਣੇ ਤੇ ਉੱਥੇ ਜਾ ਕੇ ਕੱਖ ਨਹੀਂ ਮਿਲਣਾ ਤੁਹਾਨੂੰ। ਕਹੋ ਸਤਨਾਮ। ਜੇ ਚੋਰੀ ਠੱਗੀ ਨਹੀਂ ਛੱਡਣੀ ਤੇ ਉੱਥੇ ਜਾਣ ਦਾ ਕੋਈ ਫਾਇਦਾ ਨਹੀਂ ਗਾ। ਇੱਕ ਮਨੁੱਖ ਨੂੰ ਉੱਥੋਂ ਦਾ ਬੈਠਣ ਵਾਲਾ ਬ੍ਰਾਹਮਣ ਕਹਿਣ ਲੱਗਿਆ ਵੀ ਤੂੰ ਗੰਗਾ 'ਤੇ ਆਇਆ, ਕੁਝ ਛੱਡ ਕੇ ਜਾ। ਕਹਿੰਦਾ ਵੀ ਕੀ ਛੱਡ ਕੇ ਜਾਵਾਂ। ਉਹਨਾਂ ਦਾ ਮਕਸਦ ਤਾਂ ਖੈਰ ਦਾਨ ਪੁੰਨ ਦਾ ਸੀਗਾ।
ਜਦੋਂ ਨੇ ਪੁੱਛਿਆ ਵੀ ਕੀ ਛੱਡਾਂ, ਕਹਿਣ ਲੱਗੇ ਵੀ ਅੱਜ ਤੋਂ ਜੇ ਕੋਈ ਨਸ਼ਾ ਕਰਦਾ ਤੇ ਪਰਨ ਕਰਕੇ ਜਾ, ਵੀ ਨਸ਼ਾ ਨਹੀਂ ਕਰੂੰਗਾ, ਸ਼ਰਾਬ ਛੱਡ ਦੇ, ਨਸ਼ਾ ਪੀਣਾ ਤਾਂ। ਕਹਿੰਦਾ ਭਰਾਵਾ ਸ਼ਰਾਬ ਨਹੀਂ ਛੁੱਟਦੀ, ਮੈਂ ਮੁੜ ਕੇ ਗੰਗਾ ਨਹੀਂ ਆਉਂਦਾਗਾ। ਕਹੋ ਸਤਨਾਮ। ਤਾਂ ਉਹ ਤਾਂ ਗੱਲ ਹੋਈ ਨਾ ਸਹੀ, ਵੀ ਜਾਂ ਤਾਂ ਨਸ਼ੇ ਛੱਡੋ ਤੇ ਜਾਂ ਫਿਰ ਧਾਰਮਿਕ ਸਥਾਨਾਂ 'ਤੇ ਜਾਣ ਦਾ ਕੀ ਫਾਇਦਾ। ਜੇ ਜਾਂਦੇ ਹੋ ਤਾਂ ਕੁਝ ਲਾਹਾ ਖੱਟੋ। ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰੇਮਾ ਭਗਤੀ ਪੈਦਾ ਨਹੀਂ ਹੋਈ, ਜਿਨ੍ਹਾਂ ਦੇ ਅੰਦਰੋਂ ਊਚ ਨੀਚ, ਜਾਤ ਪਾਤ, ਛੂਤ ਛਾਤ ਦੀ, ਚੰਗੇ ਮਾੜੇ ਦੀ ਕੰਧ ਟੁੱਟੀ ਨਹੀਂ, ਉਹਨਾਂ ਮੂਰਖਾਂ ਨੂੰ ਤੀਰਥਾਂ ਤੋਂ ਕੁਛ ਨਹੀਂ ਮਿਲਣਾ ਜੀ। ਕੀਰਤਨ ਭਜਨ ਗੰਗ ਜਲ ਧਾਰ, ਸੋਈ ਮੁਕਤ ਜੋ ਭਜੇ ਮੁਰਾਰ। ਇਸ ਕਰਕੇ ਪਰਮੇਸ਼ਰ ਦੀ ਸਿਫਤ ਗੰਗਾ ਦੀ ਧਾਰ ਵਰਗੀ ਆ। ਮਤਲਬ ਇੱਥੇ ਗੰਗਾ ਨੂੰ ਮਾੜਾ ਨਹੀਂ ਕਿਹਾ, ਕਿਤੇ ਚੰਗਾ ਨਹੀਂ ਕਿਹਾ। ਲੋਕਾਂ ਨੂੰ ਸਮਝਾਉਣ ਵਾਸਤੇ ਗੰਗਾ ਦੇ ਜਲ ਨੂੰ ਤੁਸੀਂ ਪਵਿੱਤਰ ਮੰਨਿਆ ਨਾ, ਇਹ ਪਰਮੇਸ਼ਰ ਦੀ ਸਿਫਤ ਹੀ ਪਵਿੱਤਰ ਹੈ। ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ, ਇਹ ਸਮਝਾਉਣ ਵਾਸਤੇ ਗੰਗਾ ਦੇ ਪਾਣੀ ਨੂੰ ਮਾੜਾ ਨਹੀਂ ਕਿਹਾ, ਕੋਈ ਚੰਗਾ ਨਹੀਂ ਕਿਹਾ। ਇਹ ਮਨੁੱਖ ਦੇ ਕਰਮਾਂ ਦੀ ਗੱਲ ਕੀਤੀ ਹੈ ਕਿ ਜਦੋਂ ਸਾਡਾ ਮਨ ਇੰਨਾ ਪਵਿੱਤਰ ਹੋ ਗਿਆ ਜਿੰਨਾ ਗੰਗਾ ਦਾ ਜਲ ਹੈ। ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ, ਪਾਛੈ ਲਾਗੋ ਹਰ ਫਿਰੇ, ਕਹਿਤ ਕਹਿਤ ਕਬੀਰ ਕਬੀਰ। ਕਹਿੰਦੇ ਹੁਣ ਤਾਂ ਪਰਮੇਸ਼ਰ ਮੈਨੂੰ ਲੱਭਦਾ ਫਿਰਦਾ, ਪਹਿਲਾਂ ਮੈਂ ਪਰਮੇਸ਼ਰ ਨੂੰ ਲੱਭਦਾ ਸੀ। ਇਸ ਕਰਕੇ ਬਾਬਾ ਜੀ ਕਹਿੰਦੇ ਗੰਗਾ ਦੇ ਜਲ ਵਰਗੀ ਹੈ ਪਰਮੇਸ਼ਰ ਦੀ ਸਿਫਤ ਸਲਾਹ ਭਜਨ ਬੰਦਗੀ, ਇਹ ਕਰਕੇ ਹੀ ਮੁਕਤੀ ਮਿਲੇਗੀ। ਸਿੱਖਨ ਸੋ ਪ੍ਰਥਮ ਪ੍ਰਸੰਗ, ਕਰਿਓ ਸੁਨਾਵਨ ਚਿਤ ਹਿਤ ਸੰਗ। ਇਹੋ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬੜੇ ਚਿਤ ਹਿਤ ਦੇ ਨਾਲ ਸਿੱਖਾਂ ਨੂੰ ਇਹ ਪ੍ਰਸੰਗ ਸੁਣਾਉਣਾ ਕੀਤਾ ਹੈ ਜੀ। ਦੀਪ ਸਿੰਘ ਹੋਏ ਅਵਤਰੈ, ਕੂੜੀ ਕਰਸੀ ਰਾਸ। ਤਾਂ ਹੁਣ ਅੱਗੇ ਸਿੱਖਾਂ ਨੇ ਆਉਣ ਵਾਲੇ ਸਮੇਂ ਦੀ ਗੱਲ ਪੁੱਛੀ ਸੀ। ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਮੇਰੇ ਸਮੇਂ, ਆਉਣ ਵਾਲੇ ਸਮੇਂ ਦੇ ਵਿੱਚ ਗਦੀਪ ਸਿੰਘ ਨਾਮ ਦਾ ਰਾਜਾ ਹੋਵੇਗਾ, ਜਿਹੜਾ ਝੂਠਿਆਂ ਨੂੰ ਖਤਮ ਕਰੇਗਾ ਜੀ। ਸਿੱਖ ਹਮਾਰੇ ਅਮਰ ਸਤ, ਤਿਨ ਕੀ ਕਰੀ ਪ੍ਰਕਾਸ਼। ਜਿਹੜੇ ਮੇਰੇ ਸਿੱਖ ਹਨ ਉਹ ਹਮੇਸ਼ਾ ਹੀ ਅਮਰ ਹਨ, ਕਿਉਂਕਿ ਅਸੀਂ ਇਹਨਾਂ ਦੇ ਅੰਦਰ ਗਿਆਨ ਦਾ ਪ੍ਰਕਾਸ਼ ਕਰ ਦਿੱਤਾ ਹੈ। ਇੱਕ ਬੀਰ ਸਤਿਗੁਰ ਕਹਿਓ, ਕਲ ਮੈਂ ਸਿੱਖੀ ਮੋਰ। ਤਾਂ ਸਿੱਖਾਂ ਨੇ ਪੁੱਛਿਆ ਮਹਾਰਾਜ ਆਉਣ ਵਾਲੇ ਸਮੇਂ ਦੀ ਗੱਲ ਦੱਸੋ। ਤਾਂ ਇੱਕ ਦਿਨ ਸਤਿਗੁਰੂ ਬੈਠੇ ਕਹਿਣ ਲੱਗੇ ਸਿੱਖੋ, ਕਲਯੁਗ ਦੇ ਵਿੱਚ ਮੇਰੀ ਸਿੱਖੀ ਜਿਹੜੀ ਹੈ, ਤਾ ਧਰਮ ਕਮਾਵੇ ਬਚੀ ਸੋ, ਸਿਦਕ ਬਿਨਾ ਸਭ ਖੋਰ। ਜਿਹੜੇ ਆਪਣੇ ਸਬਰ ਸੰਤੋਖ ਸਿਦਕ ਤੇ ਰਹਿਣਗੇ, ਧਰਮ ਤੇ ਰਹਿਣਗੇ, ਉਹੀ ਬਚਣਗੇ, ਬਾਕੀ ਸਭ ਖੋਰ ਖਤਮ ਹੋ ਜਾਣਗੇ। ਤੇ ਤੁਸੀਂ ਜਿਹੜੇ ਸਿਆਣੇ ਬੰਦੇ ਹੋ ਵੱਡੀ ਉਮਰ ਦੇ, ਉਹਨਾਂ ਨੇ ਆਪਣੇ ਵੱਡਿਆਂ ਤੋਂ, ਬਜ਼ੁਰਗਾਂ ਤੋਂ ਜਾਂ ਹੋਰ ਗਾਹਾਂ ਦੀ ਗਾਹਾਂ ਕਿਸੇ ਸਿਆਣਿਆਂ ਤੋਂ ਸੁਣਿਆ ਹੋਣਾ ਵੀ ਇੰਨੀ ਭਿਆਨਕ ਮੌਤ ਆਉਣੀ ਆ ਲੋਕਾਂ ਦੀ, ਇੰਨੇ ਲੋਕ ਮਰਨਗੇ, 12-12 ਕੋਹ ਤੇ ਦੀਵਾ ਜਗੂਗਾ, ਤੇ 12 ਕੋਹ ਤੇ ਬਚੂ ਕੌਣ? ਜਿਹੜਾ ਸਿਮਰਨ ਭਜਨ ਵਾਲਾ ਹੋਊਗਾ। ਕੋ ਸਤਨਾਮ। ਜਿਸ ਤਰ੍ਹਾਂ ਹੁਣ ਆਹ ਪਹਿਲਾਂ ਵੀ 100 ਸਾਲ ਪਹਿਲਾਂ ਐਸੀਆਂ ਬਿਮਾਰੀਆਂ ਆਈਆਂ, ਕਿੰਨੇ ਲੋਕ ਮਰ ਗਏ ਆ, ਹੁਣ ਵੀ ਬਥੇਰੇ ਮਰੀ ਜਾ ਰਹੇ ਆ ਕਰੋਨਾ ਦੇ ਨਾਲ। ਗੁਰੂ ਕਿਰਪਾ ਕਰੇ, ਸੰਸਾਰ ਦੇ ਸਿਰ ਤੇ ਮੇਰਾ ਭਰਿਆ ਹੱਥ ਰੱਖੇ। ਪਰ ਜੇ ਇੱਦਾਂ ਕੰਮ ਚੱਲਦਾ ਰਿਹਾ ਤੇ ਫਿਰ ਤਾਂ 12-12 ਕੋਹ ਤੇ ਦੀਵਾ ਜਗਣ ਵਾਲੀ ਗੱਲ ਹੀ ਹੈ ਨਾ। ਰਿਸ਼ੀ ਮੁਨੀ, ਭਜਨ ਬੰਦਗੀ ਵਾਲੇ, ਸਿਮਰਨ ਵਾਲੇ, ਜਿਨ੍ਹਾਂ ਨੇ ਪਰਮੇਸ਼ਰ ਨਾਲ ਜੁੜਨਾ ਕੀਤਾ, ਉਹਨਾਂ ਦੀ ਅਧਿਆਤਮਿਕ ਸ਼ਕਤੀ ਦੇ ਕਾਰਨ ਇਮਿਊਨਿਟੀ, ਜਿਹਨੂੰ ਆ ਕਹਿੰਦੇ ਆ ਸਾਇੰਸ ਵਾਲੇ ਜਾਂ ਡਾਕਟਰ ਲੋਕ, ਉਹ ਪ੍ਰਫੁੱਲਤ ਹੈ, ਬਹੁਤ ਤਕੜੀ ਹੈ। ਉਹਨਾਂ ਉੱਤੇ ਇਹਨਾਂ ਬਿਮਾਰੀਆਂ ਦਾ ਕੋਈ ਵੀ ਅਸਰ ਨਹੀਂ ਹੋਵੇਗਾ। ਆਪੋ ਭੁੱਲੀ ਨਾਨਕਾ ਵਿਆਪਨ ਸਭੇ ਰੋਗ, ਜਾਂ ਇਉਂ ਵੀ ਲਿਖਿਆ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ, ਖਿਨਮੈ ਕੌੜੇ ਹੋਏਗੇ ਜਿਤਲੇ ਮਾਇਆ ਭੋਗ। ਹੁਣ ਜੇ ਅਸੀਂ ਵਾਹਿਗੁਰੂ ਮੰਤਰ ਦਾ ਜਾਪ ਕਰੀਏ, ਸੱਚ ਜਾਣਿਓ, ਇਹ ਤੁਹਾਡੇ ਵਾਸਤੇ ਦਵਾਈ ਹੈ। ਇਹ ਅੱਜ ਦੀ ਨਹੀਂ, ਬਾਬੇ ਨੇ ਕਿੱਦਾਂ ਦਿੱਤੀ ਹੈ। ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮ ਕੀ ਫੰਦਾ। ਤੇ ਜੇ ਆਪਾਂ ਵਾਹਿਗੁਰੂ ਮੰਤਰ ਦਾ ਵੱਧ ਤੋਂ ਵੱਧ ਘਰੇ ਬਹਿ ਕੇ, ਗੁਰੂ ਘਰ 'ਚ ਬਹਿ ਕੇ, ਜਿੱਥੇ ਵੀ ਲੋਟ ਲੱਗਦਾ ਹੈ, ਵਾਤਾਵਰਨ ਹੈ ਸਿਮਰਨ ਵਾਲਾ, ਉੱਥੇ ਬੈਠ ਕੇ ਜੇ ਜਾਪ ਕਰੀਏ ਨਾ, ਤੇ ਤੁਹਾਡੇ ਫੇਫੜਿਆਂ ਦੀ ਪ੍ਰੈਕਟਿਸ ਹੋ ਜਾਣੀ ਹੈ, ਤੇ ਇੰਨੇ ਤਕੜੇ ਹੋ ਜਾਣੇ ਆ ਕਿ ਕਰੋਨਾ ਕਰਾਨਾ ਇਹ 'ਚ ਖੜਨਾ ਹੀ ਨਹੀਂ। ਕਹੋ ਸਤਨਾਮ।
ਕਮਜ਼ੋਰ ਫੇਫੜਿਆਂ ਤੇ ਬਜ਼ੁਰਗਾਂ ਤੇ ਬੱਚਿਆਂ ਤੇ ਅਸਰ ਕਰਦੀ ਹੈ ਨਾ ਬਿਮਾਰੀ ਇਹ। ਤੇ ਜਿਨ੍ਹਾਂ ਨੇ ਸਿਮਰਨ ਭਜਨ ਬੰਦਗੀ ਨਾਲ ਜੁੜਨਾ ਕੀਤਾ, ਕੁਝ ਪਰਮੇਸ਼ਰ ਨੇ ਕਿਰਪਾ ਕਰਨੀ ਹੈ, ਗੁਰੂ ਨੇ ਕਿਰਪਾ ਕਰਨੀ ਹੈ, ਕੁਝ ਤੁਹਾਡੀ ਆਪਣੀ ਕਿਰਪਾ, ਆਪਦੀ ਕਿਰਪਾ ਵੀ ਆਪਦੇ ਉੱਤੇ ਹੋਣੀ ਚਾਹੀਦੀ ਹੈ। ਇਸ ਕਰਕੇ ਜਦੋਂ ਤੁਸੀਂ ਇਹ ਸਿਮਰਨ ਭਜਨ ਬੰਦਗੀ ਵਾਲਾ ਕੰਮ ਕਰੋਗੇ ਤਾਂ ਇਹ ਬਿਮਾਰੀਆਂ ਨੇੜੇ ਨਹੀਂ ਆ ਸਕਦੀਆਂ। ਤੇ ਨਹੀਂ ਤਾਂ ਫਿਰ 12 ਕੋਹ ਤੇ ਦੀਵਾ ਜਗਣਾ ਹੈ। ਪਾਤਸ਼ਾਹ ਜੀ ਕਹਿ ਰਹੇ ਸਨ ਕਿ ਧਰਮ ਕਮਾਵੇ ਬਚੇ ਸੋ, ਸਿਦਕ ਬਿਨਾ ਸਭ ਖੋਰ। ਜਿਹੜਾ ਆਪਣੇ ਧਰਮ ਦੇ ਵਿੱਚ ਕਾਇਮ ਰਹੂਗਾ ਉਹ ਹੀ ਬਚੂਗਾ, ਬਾਕੀ ਸਭ ਖੋਰ ਖਤਮ ਹੋ ਜਾਣਗੇ ਜੀ। ਭੰਗਾਣੀ ਕੇ ਖੇਤ ਮੈਂ ਜੋ ਜੇ ਸਿੱਖ ਬੋਤਾਹੇ। ਭੰਗਾਣੀ ਦੇ ਜੰਗ ਵਿੱਚ ਬਹੁਤ ਸਾਰੇ ਸਿੰਘ ਸ਼ਹੀਦ ਹੋਏ ਹਨ। ਸੁਖ ਭੋਗੇ ਆਨੰਦਪੁਰ ਮਾਖੋਵਾਲ ਕੇ ਮਾਹੇ। ਉਹ ਜਿਹੜੇ ਸ਼ਹੀਦ ਸਿੰਘ ਆ ਸਾਡੇ, ਉਹ ਇਸ ਇਲਾਕੇ ਦੇ ਵਿੱਚ ਆਨੰਦਪੁਰ ਦੇ ਵਿੱਚ ਆਨੰਦ ਮਾਣਨਗੇ। ਜੁੱਤ ਨਾ ਦੌਣ ਮੈਂ ਗਏ ਪਹਾੜੀ ਭਾਜ। ਤਾਂ ਇਹ ਉਹ ਜੰਗ ਤੋਂ ਬਾਅਦ ਦੀਆਂ ਗੱਲਾਂ ਸਤਿਗੁਰ ਦੁਬਾਰਾ ਰਿਪੀਟ ਕਰਕੇ ਦੱਸਦੇ ਸਨ ਕਿ ਜਿਹੜਾ ਨਦੌਣ ਦੇ ਵਿੱਚ ਜੰਗ ਹੋਇਆ ਸੀਗਾ ਤੇ ਪਹਾੜੀਏ ਭੱਜ ਗਏ ਸਨ। ਆਏ ਤੁਰਕ ਲਾਹੌਰ ਤੇ ਨੌਰੰਗ ਗੁਲਾਮੀ ਭਾਗ। ਔਰ ਫਿਰ ਲਾਹੌਰ ਤੋਂ ਔਰੰਗੇ ਦੀ ਫੌਜ ਜਿਹੜੀ ਪਹਾੜੀਆਂ ਨਾਲ ਮਿਲ ਕੇ ਚੜ੍ਹ ਕੇ ਆਈ ਸੀ। ਰਾਜੇ ਫੂਟੇ ਆਪ ਮੈਂ ਮਰਿਓ ਤੁਰਕ ਸਰਦਾਰ। ਤੇ ਫਿਰ ਪਹਾੜੀ ਰਾਜਿਆਂ ਵਿੱਚ ਆਪਸੀ ਫੁੱਟ ਪੈ ਗਈ ਤੇ ਮੁਗਲਾਂ ਦੇ ਬਹੁਤ ਜਾਰੇ ਜਰਨੈਲ ਮਾਰੇ ਗਏ। ਆਵੇਂ ਬਚਾਇਓ ਹੱਥ ਦੇ ਸੋ ਮਾਰੇ ਕਰਤਾਰ। ਕਹਿੰਦੇ ਵੇਖੋ ਸਾਨੂੰ ਇੰਨੇ ਭਿਆਨਕ ਜੰਗਾਂ ਵਿੱਚੋਂ ਬਚਾ ਲਿਆਂਦਾ। 10ਵੇਂ ਪਾਤਸ਼ਾਹ ਜੀ ਕਹਿ ਰਹੇ ਆ, ਹਮੇ ਬਚਾਇਓ ਜੰਗ ਮੈਂ, ਸਾਨੂੰ ਉਹਨਾਂ ਭਿਆਨਕ ਜੰਗਾਂ ਦੇ ਵਿੱਚੋਂ ਬਚਾ ਲਿਆ ਤੇ ਉਹ ਸਾਰੇ ਦੁਸ਼ਟ ਮਾਰੇ ਗਏ ਜੀ। ਲਖਨ ਉਤੀ ਕੇ ਗੁਮਪੁਰ ਪਏ ਜੁਦ ਸਭ ਸੁਧ। ਲਖਣੋਂ ਤੇ ਆਰੰਭ ਕਰਕੇ ਆਗਮਪੁਰੇ ਤੱਕ ਬਹੁਤ ਯੁੱਧ ਹੋਏ, ਜਿਨ੍ਹਾਂ ਦੇ ਬਾਰੇ ਤੁਸੀਂ ਜਾਣਦੇ ਹੋ। ਦਿੱਲੀ ਪਤ ਕੀ ਫੌਜ ਚੜ ਮਾਰੇ ਤੁਰਕਨ ਬ੍ਰਿੰਦ। ਇਸ ਤਰ੍ਹਾਂ ਬਾਦਸ਼ਾਹ ਜੀ ਦੀ ਫੌਜ, ਦਿੱਲੀ ਦੇ ਪਤੀ ਬਾਦਸ਼ਾਹ ਦੀ ਫੌਜ ਚੜ੍ਹਾਈ ਕਰਕੇ ਆਈ ਤੇ ਅਸੀਂ ਉਹਨਾਂ ਤੁਰਕਾਂ ਨੂੰ ਮਾਰਨਾ ਕੀਤਾ ਸੀ। ਵੱਡੇ ਜੁਦ ਕਰ ਖਾਲਸਾ ਜੀਤੇ ਸ਼ਤਰੂ ਧਾਰ। ਇਸੇ ਤਰ੍ਹਾਂ ਸਾਡਾ ਖਾਲਸਾ ਵੀ ਵੱਡੇ ਵੱਡੇ ਜੰਗਾਂ ਨੂੰ ਜਿੱਤਦਾ ਰਹੇਗਾ, ਦੁਸ਼ਮਣ ਦਾ ਖਾਤਮਾ ਕਰਕੇ। ਜੀਤ ਖਾਲਸਾ ਕੁਲ ਨਾਸ਼ ਕਰ ਸੀਸ ਦੇ ਧਰਮਕਾਰ। ਇਸ ਤਰ੍ਹਾਂ ਸਾਡਾ ਖਾਲਸਾ ਜਿਹੜਾ ਹੈ ਜੰਗਾਂ ਨੂੰ ਜਿੱਤੇਗਾ, ਭਾਵੇਂ ਕਿ ਧਰਮ ਦੇ ਲੇਖੇ ਇਹਨਾਂ ਦੇ ਸਿਰ ਵੀ ਲੱਗ ਜਾਣਗੇ। ਅਬ ਵੀ ਮਲੇਸ਼ੀ ਬਹੁਵਦੀ ਸਿੰਘ ਕਪਾਵੇ ਵੀਰ। ਔਰ ਹੁਣ ਫੇਰ ਮਲੇਸ਼ਾਂ ਦਾ ਰਾਜ ਵੱਧ ਚੁੱਕਿਆ ਹੈ। ਗੁਰੂ ਪਿਆਰਿਓ, ਮਲੇਸ਼ ਤੋਂ ਅਰਥ ਕੇਵਲ ਮੁਸਲਮਾਨ ਨਹੀਂ ਲੈਣਾ, ਇਹ ਤਾਂ ਹਿੰਦੂ ਤੇ ਮੁਸਲਮਾਨ ਇੱਕ ਦੂਜੇ ਨੂੰ ਇੱਦਾਂ ਬੋਲਦੇ ਸਨ। ਉਹ ਉਹਨਾਂ ਨੂੰ ਮਲੇਸ਼ ਕਹਿੰਦੇ ਸਨ ਤੇ ਉਹ ਇਹਨਾਂ ਨੂੰ ਇਸ ਦੇ ਉਲਟ ਕਹਿੰਦੇ ਸਨ। ਇਸ ਕਰਕੇ ਮਲੇਸ਼ ਦਾ ਅਸਲੀ ਅਰਥ ਹੈ ਗੰਦੀ ਸੋਚ ਰੱਖਣ ਵਾਲਾ। ਮਲ ਪਲੱਸ ਇੱਛਾ, ਦੋਨਾਂ ਨੂੰ ਜੋੜ ਕੇ ਬਣ ਗਿਆ ਸ਼ਬਦ ਮਲੇਸ਼। ਜਿਹੜਾ ਮਾੜੀ ਸੋਚ ਰੱਖਦਾ, ਤੇ ਅੱਜ ਵੀ ਪਾਤਸ਼ਾਹ ਕਹਿੰਦੇ ਦੁਨੀਆ ਵਿੱਚ ਮਾੜੀ ਸੋਚ ਵਾਲੇ ਬੰਦੇ ਵੱਧਦੇ ਜਾ ਰਹੇ ਹਨ। ਮੇਰੀ ਸਿੱਖਿਆ 7 ਲੱਖ ਨਾਹੀਂ ਭੁਲਾਵੋ ਤੀਰ। ਇਸ ਕਰਕੇ ਸਿੱਖੋ, ਮੇਰੀ ਸਿੱਖਿਆ ਨੂੰ ਯਾਦ ਰੱਖਿਓ। ਤੁਸੀਂ ਆਪਣੇ ਧੀਰਜ ਨੂੰ ਨਹੀਂ ਛੱਡਣਾ ਔਰ ਮੇਰੀ ਸਿੱਖਿਆ ਨੂੰ ਵੀ ਨਹੀਂ ਭੁਲਾਉਣਾ। ਸਿੱਖ ਹਮਾਰੇ ਹੋਏਗੇ ਘਰ ਘਰ ਹੋਏਗਾ ਰਾਜ। ਹਾਂ, ਦੁਨੀਆ ਕਹਿੰਦੀ ਹੈ ਵੀ ਸਿੱਖ ਖਤਮ ਹੋ ਜਾਣਗੇ, ਮੇਰੇ ਸਿੱਖ ਬਹੁਤ ਫੈਲਣਗੇ, ਇਹ ਹਰ ਘਰ ਦੇ ਵਿੱਚ ਰਾਜੇ ਹੋਣਗੇ। ਅਸੀਂ ਦਸਤਾਰ ਜਦ ਬੰਨ੍ਹਦੇ ਹਾਂ ਤੇ ਉਸ ਵੇਲੇ ਅਸੀਂ ਮਾਨੋ ਰਾਜ ਭਾਗ ਦਾ ਸੀਸ ਦੇ ਉੱਤੇ ਤਾਜ ਰੱਖਦੇ ਹਾਂ। ਕੋ ਸਤਨਾਮ, ਇਹ ਤਾਜ ਹੈ ਸਾਡਾ। ਔਰ ਗੁਰੂ ਸਾਹਿਬ ਨੇ ਇਹ ਗੱਲ ਕਹੀ ਕਿ ਘਰ ਘਰ ਰਾਜੇ ਹੋਣਗੇ। ਤੇ ਸਰਕਾਰਾਂ ਨੂੰ ਕਿਸੇ ਨੇ ਪੁੱਛ ਲਿਆ, ਵੀ ਤੁਸੀਂ ਸਿੱਖਾਂ ਦੇ ਬੜਾ ਖਿਆਲ ਰੱਖਦੇ ਹੋ, ਬਾਕੀ ਦੂਜੇ ਸੂਬਿਆਂ ਵਾਲੇ ਲੋਕਾਂ ਨੂੰ ਘੱਟ ਹੀ ਖਿਆਲ ਕਰਦੇ ਹੋ। ਉਹ ਕਹਿਣ ਲੱਗੀ ਅਸਲ ਦੇ ਵਿੱਚ ਨਾ ਦੂਜੇ ਸੂਬਿਆਂ ਵੱਲ ਤਾਂ ਜਿਵੇਂ ਸਮਾਂ ਲੰਘਦਾ ਲੰਘਾਈ ਜਾਂਦੇ ਨੇ, ਤੇ ਇਹ ਜਿਹੜੇ ਸਿੱਖ ਹੈ ਨਾ, ਇਹ ਆਪਣੇ ਆਪ ਨੂੰ ਰਾਜੇ ਸਮਝਦੇ ਹੈ। ਜੇ ਇਹਨਾਂ ਤੇ ਨਿਗਾਹ ਨਾ ਰੱਖੀਏ, ਇਹ ਸਾਨੂੰ ਖਤਮ ਕਰਕੇ ਰਾਜ ਹੀ ਖੋਹ ਲੈਣ ਸਾਡਾ। ਕੋ ਸਤਨਾਮ। ਇਹ ਜਦੋਂ ਪੱਗ ਬੰਨ੍ਹਦਾ ਸੀਸੇ ਕੋਲੇ ਖੜ ਕੇ ਤੇ ਚਿਹਰਾ ਦੇਖ ਕੇ ਆਪਣਾ ਫਿਰ
ਆਪਣੇ ਆਪ ਨੂੰ ਰਾਜਾ ਸਮਝਦੇ ਆ ਤੇ ਅਸੀਂ ਹੈਗੇ ਹੀ ਰਾਜੇ, ਸਤਿਗੁਰ ਨੇ ਬਣਾਏ ਆ। ਇਹਨੇ ਗਰੀਬਣ ਕੋ ਦਿਓ ਪਾਤਸ਼ਾਹੀ, ਯਾਦ ਰੱਖੇ ਹਮਰੀ ਗੁਰਿਆਈ। ਕਹਿਣਗੇ ਵੀ ਹਾਂ ਸਾਡਾ ਪਿਤਾ ਗੁਰੂ ਗੋਬਿੰਦ ਸਿੰਘ ਆਇਆ ਜਿਸ ਨੇ ਸਾਨੂੰ ਦੁਨੀਆ ਵਿੱਚ ਰਾਜ ਬਖਸ਼ਿਆ। ਤੋ ਮੇਰੇ ਪ੍ਰੀਤਮ ਜੀ ਉਦੋਂ ਆਉਣ ਵਾਲੇ ਸਮੇਂ ਦੀਆਂ ਗੱਲਾਂ ਵੀ ਦੱਸ ਰਹੇ ਨੇ। ਕਹਿੰਦੇ ਸਾਡੇ ਸਿੱਖ ਬਹੁਤ ਵੱਧ ਜਾਣਗੇ, ਘਰ ਘਰ ਹੋਣਗੇ ਰਾਜ। ਹੁਣ ਸਿੱਖ ਕੇਵਲ ਪੰਜਾਬ ਵਿੱਚ ਨਹੀਂ, ਕੈਨੇਡਾ ਵਿੱਚ ਵੀ ਪੰਜਾਬ ਬਣਾਤਾ ਅਸੀਂ, ਕਹੋ ਸਤਨਾਮ। ਆਸਟ੍ਰੇਲੀਆ ਵਿੱਚ ਵੀ ਬਣਾਤਾ। ਭਾਵ ਜਿੱਥੇ ਸਿੰਘ ਪਹੁੰਚ ਗਏ ਉੱਥੇ ਗੁਰੂ ਕਾ ਨਿਸ਼ਾਨ ਝੁੱਲ ਗਿਆ ਤੇ ਕਿੱਥੋਂ ਤੱਕ ਸਿੱਖ ਫੈਲ ਗਿਆ, ਕਹੋ ਸਤਨਾਮ। ਫਿਰ ਗੁਰੂ ਗੋਬਿੰਦ ਸਿੰਘ ਦੇ ਬਚਨ ਹੈ, ਇਹ ਤਾਂ ਇੱਕ ਸਾਧ ਦੇ ਬਚਨ ਨਹੀਂ ਆਲੇ ਜਾਂਦੇ, ਇਹ ਤਾਂ ਪਰਮੇਸ਼ਰ ਦੇ ਬਚਨ ਹੈ, ਗੁਰੂ ਦੇ ਬਚਨ ਹੈ, ਕਹੋ ਸਤਨਾਮ। ਇਸ ਕਰਕੇ ਸਿੱਖ ਸਾਡੇ ਬਹੁਤ ਹੋਣਗੇ, ਘਰ ਘਰ ਵਿੱਚ ਰਾਜੇ ਹੋਣਗੇ। ਫਿਰ ਮੇਰਾ ਇੱਕ ਸਿੱਖ ਆਊਗਾ ਜਿਹੜਾ ਪੰਥ ਦੀ ਲਾਜ ਇੱਜ਼ਤ ਬਚਾਉਣ ਵਾਸਤੇ ਕਾਰਜ ਕਰੇਗਾ। ਕਹਿਣ ਲੱਗੇ ਉਹਨੂੰ ਵੀ ਕਈ ਸਾਲ ਜੰਗਾਂ ਕਰਦਿਆਂ ਬਤੀਤ ਹੋ ਜਾਣਗੇ। ਇਹ ਰਾਜਾ ਰਣਜੀਤ ਸਿੰਘ ਜੀ ਤੋਂ ਹੈ ਸਤਿਗੁਰਾਂ ਦਾ। ਆਉਣ ਵਾਲੇ ਸਮੇਂ ਦੀ ਗੱਲ, ਔਰ ਉਹ ਸਿੱਖਾਂ ਦਾ ਰਾਜਾ ਹੋਵੇਗਾ। ਔਰ ਉਸ ਸਮੇਂ ਕਹਿੰਦੇ ਜਿਹੜੇ ਦੂਸਰੇ ਰਾਜੇ ਹੋਣਗੇ ਨਾ, ਉਹ ਸਾਰੇ ਸਾਡੇ ਉਸ ਸਿੱਖ ਰਾਜੇ ਦੇ ਅੰਡਰ ਹੋ ਜਾਣਗੇ, ਕਹੋ ਸਤਨਾਮ। ਔਰ ਰਾਜਾ ਰਣਜੀਤ ਸਿੰਘ ਜੀ ਦਾ ਰਾਜ ਜਿਹੜਾ ਹੈ ਗੁਰੂ ਪਿਆਰਿਓ, ਅਟਕ ਦਰਿਆ ਤੋਂ ਪਰੇ ਦੂਰ ਤੱਕ ਫੈਲ ਗਿਆ ਸੀ। ਇੱਧਰ ਨੇਪਾਲ ਦੇ ਵਿੱਚ ਵੀ ਸੀ, ਚੀਨ ਦੇ ਵਿੱਚ ਵੀ ਸਾਡਾ ਥਾਂ ਪਿਆ ਹਜੇ, ਕਹੋ ਸਤਨਾਮ। ਸਰਕਾਰ ਨੇ ਮੰਗਿਆ ਵੀ ਆਹ ਤਾਂ ਜਿਹੜਾ ਖਿੱਤਾ ਇਹ ਭਾਰਤ ਦਾ ਹੈ, ਸਾਨੂੰ ਛੱਡੋ। ਕਹਿੰਦੇ ਸੋਡਾ ਨਹੀਂ, ਇਹ ਪੰਜਾਬੀਆਂ ਦਾ ਹੈ, ਇਹ ਪੰਜਾਬ ਰਾਜ ਦਾ ਹੈ। ਜਦੋਂ ਪੰਜਾਬ ਦਾ ਰਾਜਾ ਆ ਕੇ ਸਾਥੋਂ ਕਹੇਗਾ ਵੀ ਇਸ ਪਾਸੇ ਸਾਡਾ ਹਿੱਸਾ ਹੈ, ਉਹ ਦਿਓ, ਅਸੀਂ ਉਦੋਂ ਛੱਡਾਂਗੇ। ਭਾਰਤੀ ਸਰਕਾਰ ਨੂੰ ਜਵਾਬ ਦਿੱਤਾ ਉਹਨਾਂ ਨੇ, ਕਹੋ ਸਤਨਾਮ। ਉੱਥੋਂ ਤੱਕ ਖਾਲਸਾ ਰਾਜ ਪਹੁੰਚ ਗਿਆ ਸੀਗਾ, ਚੀਨ ਤੇ ਨੇਪਾਲ ਤੱਕ ਪਹੁੰਚ ਗਿਆ ਸੀ, ਇੱਧਰ ਅਰਬਸਤਾਨ ਦੇ ਵਿੱਚ ਵੀ ਦੂਰ ਤੱਕ ਪਹੁੰਚ ਗਏ ਸਨ। ਤੇ ਪਾਤਸ਼ਾਹ ਜੀ ਨੇ ਕਿਹਾ ਕਿ ਉਸ ਵੇਲੇ ਦੇ ਵੱਡੇ ਵੱਡੇ ਪ੍ਰਤਾਪੀ ਰਾਜੇ ਵੀ ਮੇਰੇ ਖਾਲਸੇ ਰਾਜੇ ਦੇ ਅੰਡਰ ਹੋ ਜਾਣਗੇ। ਤੋ ਇਹ ਸਾਰੇ ਜੰਗ ਉਹਨਾਂ ਨੇ ਜਿੱਤ ਲਏ ਸੀ, ਅੱਜ ਆਪਾਂ ਨੂੰ ਪਤਾ ਨਾ। ਪਰ ਇਹ ਦਸੇ ਪਾਤਸ਼ਾਹ ਨੇ ਇਹ ਕੰਮ ਹੋਣ ਤੋਂ ਪਹਿਲਾਂ ਸੀ ਖਾਲਸੇ ਨੂੰ ਇੱਕ ਦਿਨ ਬੈਠੀਆਂ ਬੈਠੀਆਂ ਦੱਸਣ ਲੱਗੇ। ਕਹਿੰਦੇ ਉਹ ਮੇਰਾ ਰਾਜਾ ਜਿਹੜਾ ਆਵੇਗਾ ਸਿੱਖ ਪੰਥ ਦੀ ਲਾਜ ਰੱਖਣ ਲਈ, ਉਹ ਕਹਿਣ ਲੱਗੇ ਦੂਰ ਤੱਕ ਪੱਛਮ ਨੂੰ ਜਿੱਤੇਗਾ, ਛਿਪ ਦੇ ਵੱਲ ਨੂੰ, ਇੱਧਰ ਨੂੰ ਅਰਬਸਤਾਨ ਵੱਲ ਨੂੰ, ਪਾਕਿਸਤਾਨ ਤੋਂ ਪਰਾਂ ਨੂੰ ਪੱਛਮ ਨੂੰ ਜਿੱਤੇਗਾ, ਪਹਾੜੀਆਂ ਨੂੰ ਜਿੱਤ ਲੇਗਾ। ਔਰ ਕਸ਼ਮੀਰ ਦੇ ਵਿੱਚ ਵੀ ਉਹਦਾ ਰਾਜਾ ਹੋਵੇਗਾ। ਰਣਜੀਤ ਸਿੰਘ ਜੀ ਦਾ ਰਾਜ ਉੱਥੋਂ ਤੱਕ ਗਿਆ ਹੈ। ਪਰ ਪਾਤਸ਼ਾਹ ਜੀ ਕਹਿੰਦੇ ਮੇਰੇ ਇੱਕ ਪਹਾੜੀਏ ਸਿੱਖ ਨੂੰ, ਸਿੰਘ ਨੂੰ ਜੋ ਹੁਕਮ ਹਾਸਲ ਹੋਵੇਗਾ, ਕਹਿਣ ਲੱਗੇ ਉਹ ਦਰੋਹ ਕਰੇਗਾ। ਔਰ ਜਿਹੜਾ ਮੇਰੇ ਖਾਲਸੇ ਨਾਲ ਦਰੋਹ ਕਰੇਗਾ ਤੇ ਖਾਲਸਾ ਉਸ ਨੂੰ ਮਾਰ ਮਾਰ ਕੇ ਇਉਂ ਖਤਮ ਕਰ ਦੇਵੇਗਾ ਜਿਵੇਂ ਕੋਈ ਔਲੇ ਨੂੰ ਭੰਨ ਭੰਨ ਕੇ ਉਸ ਨੂੰ ਪਾਊਡਰ ਬਣਾ ਦੇਵੇ। ਔਰ ਜਿਵੇਂ ਹੀਰਾ ਚਮਕਦਾ ਹੈ ਨਾ ਹਨੇਰੇ ਵਿੱਚ ਵੀ, ਮੇਰੇ ਖਾਲਸੇ ਦਾ ਰਾਜ, ਦੀਪ ਸਿੰਘ ਦਾ ਰਾਜ ਇੱਦਾਂ ਚਮਕੇਗਾ। ਇਸ ਤਰ੍ਹਾਂ ਕੂਟ ਅਰਥ ਸਿੱਖਣ ਵਰਜ। ਪਾਤਸ਼ਾਹ ਕਹਿੰਦੇ ਇਸ ਦਾ ਹਜੇ ਅਰਥ ਨਾ ਪੁੱਛੋ, ਇਹ ਗੁਪਤ ਭੇਦ ਹੈ ਮੇਰਾ, ਆਉਣ ਵਾਲੇ ਸਮੇਂ ਵਿੱਚ ਵਰਤੇਗਾ। ਭਾਗੇ ਰਾਮ ਕੁਆਇਰ ਕਤ ਭਾਈ, ਦ੍ਰਿਸ਼ਟ ਕੂਟ ਜਬ ਸ਼੍ਰੀ ਮੁਖ ਗਾਈ। ਤੇ ਭਾਈ ਸਾਹਿਬ ਰਾਮ ਕੋਇਰ ਜੀ ਕਹਿੰਦੇ ਇਹਦਾ ਅਰਥ ਮੈਂ ਵੀ ਨਹੀਂ ਕਰਨਾ। ਜਦੋਂ ਗੁਰੂ ਸਾਹਿਬ ਨੇ ਗੱਲ ਗੁਪਤ ਰੱਖੀ ਹੈ ਤੇ ਮੈਂ ਵੀ ਗੁਪਤ ਹੀ ਰੱਖਾਂਗਾ। ਹੁਣ ਜਿਹੜੀ ਗੱਲ ਗੁਰੂ ਸਾਹਿਬ ਨੇ ਗੁਪਤ ਰੱਖੀ ਆ, ਉਹਨੂੰ ਅਸੀਂ ਕਿਵੇਂ ਪਰਦਾ ਚੱਕ ਸਕਦੇ ਹਾਂ? ਕੋਈ ਪਿਓ ਦੇ ਕਮਰੇ ਦਾ ਗੇਟ ਖੋਲ੍ਹ ਸਕਦਾ ਬਿਨਾਂ ਗਿਆ ਤੋਂ? ਕੋਈ ਸਤਨਾਮ ਸੀ। ਗੁਰੂ ਸਾਹਿਬ ਨੇ ਅੰਮ੍ਰਿਤ ਛਕਾਇਆ, ਹਾਲਾਂਕਿ ਸਭ ਦੇ ਸਾਹਮਣੇ ਪੰਜਾਂ ਸਿੰਘਾਂ ਨੂੰ ਸ਼ਹੀਦ ਕੀਤਾ, ਸਾਹਮਣੇ ਤਲਵਾਰ ਦੇ ਨਾਲ ਭੇਟ ਕੀਤਾ। ਫਿਰ ਸਭ ਦੇ ਸਾਹਮਣੇ ਹੀ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ, ਸਭ ਦੇ ਸਾਹਮਣੇ ਹੀ ਉਹਨਾਂ ਧੜਾਂ ਦੇ ਨਾਲ ਸਿਰ ਰੱਖ ਕੇ ਕਿਹਾ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਤੇ ਉਹਨਾਂ ਨੂੰ ਸੁਰਜੀਤ ਕਰ ਲਿਆ।
ਪਰ ਹਜੇ ਵੀ ਕਈ ਮੂਰਖ ਕਹਿੰਦੇ ਨਹੀਂ, ਬਾਬੇ ਨੇ ਤੰਬੂ ਦੇ ਪਿੱਛੇ ਛੋਟਾ ਤੰਬੂ ਲਾ ਕੇ ਵਿੱਚ ਬੱਕਰੇ ਬੰਨੇ ਸੀ। ਕਹੋ ਸਤਨਾਮ, ਵੀ ਉਹ ਕਦੋਂ ਵੇਖ ਕੇ ਆ ਗਏ ਬੱਕਰੇ ਬੰਨੇ ਹੋਏ। ਤੇ ਆ ਕਸਾਈਆਂ ਦੀ ਦੁਕਾਨ ਤੇ ਜਾ ਕੇ ਦੇਖਿਓ, ਬੱਕਰਾ ਆਂਢੀਆਂ ਗੁਆਂਢੀਆਂ ਨੂੰ ਟਿਕਦਾ ਇੰਨਾ ਚੀਕਾਂ ਮਾਰਦਾ, ਉਹਨੂੰ ਪਤਾ ਕਿ ਮੇਰੀ ਮੌਤ ਆ ਗਈ, ਤੇ ਫਿਰ ਉੱਥੇ ਰੌਲਾ ਕਿਉਂ ਨਾ ਪਾਇਆ ਬੱਕਰਿਆਂ ਨੇ। ਕਹੋ ਸਤਨਾਮ। ਕਸਾਈ ਲਈ ਜਾਂਦਾ ਹੋਵੇ ਨਾ, ਪਿੱਛੇ ਬੰਨ੍ਹ ਕੇ ਬੱਕਰੇ ਨੂੰ ਲਿਜਾਂਦੀ ਹੈ, ਤੜਕੇ ਤੜਕੇ ਚੀਕਾਂ ਮਾਰਦੇ ਹੋ। ਇੱਕ ਜਵਾਕ ਪੁੱਛਦਾ, ਬਾਪੂ ਇੰਨਾ ਰੌਲਾ ਕਿਉਂ ਪਾਉਂਦਾ? ਕਹਿੰਦੇ ਪੋਤੇ ਨੂੰ ਸਕੂਲ ਛੱਡ ਕੇ ਚੱਲੇ ਆ। ਕਹੋ ਸਤਨਾਮ। ਇਹ ਬੱਕਰੇ ਨੂੰ, ਬੱਕਰੇ ਵਾਲਾ ਸਕੂਲੇ ਛੱਡਣ ਜਾਂਦਾ, ਜਿਵੇਂ ਤੂੰ ਉਹਨਾਂ ਸਕੂਲ ਜਾਣ ਲੱਗਿਆ ਤਾਂ ਹੀ ਰੋਂਦਾ। ਹੁਣ ਦੱਸੋ ਵੀ ਉਹ ਤੰਬੂ ਦੇ ਪਿੱਛੇ 3 4 5 ਬੱਕਰੇ ਬੰਨੇ ਹੋਣ ਗੁਪਤ ਕਰਕੇ, ਲੁਕੋ ਕੇ, ਤੇ ਉਹ ਕਿਤੇ ਚੁੱਪ ਕਰਨਗੇ। ਕਹੋ ਸਤਨਾਮ। ਇਸ ਕਰਕੇ ਸਾਨੂੰ ਗੁਰੂਆਂ ਦੇ ਗੁੱਝੇ ਭੇਦਾਂ ਦੇ ਉੱਤੇ ਟੀਕਾ ਟਿੱਪਣੀ ਕਰਨ ਦੀ ਲੋੜ ਨਹੀਂ ਹੈਗੀ। ਜੋ ਗੁਰੂ ਸਾਹਿਬ ਨੇ ਕਿਹਾ ਠੀਕ ਹੈ। ਰਾਮ ਕੋਇਰ ਜੀ ਕਹਿੰਦੇ ਇਸ ਦੇ ਬਾਰੇ ਮੈਂ ਵੀ ਨਹੀਂ ਦੱਸਾਂਗਾ ਜੀ। ਮੈਂ ਤਬ ਭਾਖਿਓ ਪੰਥ ਮਜਾਰੀ, ਹੋਏ ਖਾਲਸੇ ਮੈਂ ਅਵਤਾਰੀ। ਤਾਂ ਮੈਂ ਫਿਰ ਪੁੱਛਿਆ ਪਾਤਸ਼ਾਹ ਜੀ ਨੂੰ, ਮਹਾਰਾਜ ਖਾਲਸਾ ਪੰਥ ਦੇ ਵਿੱਚ ਇਤਨੇ ਕਹਿ ਕਰ ਬੋਲੇ ਨਾਹੀ, ਪਰਚੇ ਸ਼ਸਤਰ ਬਲੋਕਨ ਮਾਹੀ। ਮੈਂ ਪੁੱਛਿਆ ਮਹਾਰਾਜ ਹੋਰ ਦੱਸੋ ਆਉਣ ਵਾਲੇ ਸਮੇਂ ਬਾਰੇ। ਪਾਤਸ਼ਾਹ ਕਹਿੰਦੇ ਬਸ ਰਾਮ ਕੋਇਰ ਗਾਂ ਨਾ ਪੁੱਛੀ, ਕਿਉਂਕਿ ਰਾਮ ਕੋਇਰ ਜੀ ਗੁਰਤਾ ਗੱਦੀ ਵੇਲੇ 2 ਸਾਲ ਦੇ ਸੀ। ਗੁਰੂ ਗੋਬਿੰਦ ਸਿੰਘ ਜੀ ਉਸ ਵੇਲੇ 9 10 11 ਸਾਲ ਦੇ ਹੋਣਗੇ, ਤੇ ਪੂਰਾ ਸਮਾਂ ਸਤਿਗੁਰੂ ਪਾਤਸ਼ਾਹ ਜੀ ਦਾ 39 ਸਾਲ ਹੈ ਜ਼ਿੰਦਗੀ ਦਾ। ਤੇ ਰਾਮ ਕੋਇਰ ਜੀ ਫਿਰ ਜਦੋਂ ਇਹ ਗੱਲਾਂ ਸੁਣੀਆਂ 20 25 ਸਾਲ ਦੇ ਤਾਂ ਹੋਣਗੇ। ਕਹੋ ਸਤਨਾਮ। ਲਗਭਗ 20 ਸਾਲ ਦੀ ਉਮਰ ਸੁਣੀਆਂ ਹੋਣਗੀਆਂ। ਤੇ ਰਾਮ ਕੋਇਰ ਜੀ ਕਹਿੰਦੇ ਮੈਂ ਬੇਨਤੀ ਕੀਤੀ ਜੀ ਕੁਝ ਹੋਰ ਦੱਸੋ। ਕਹਿੰਦੇ ਬਸ ਰਾਮ ਕੋਇਰ ਹੋਰ ਨਾ ਪੁੱਛਣ ਅੱਗੇ। ਫਿਰ ਸ਼ਸਤਰਾਂ ਨੂੰ ਦੇਖਣ ਲੱਗ ਗਏ ਜੀ। ਆਦਮ ਸਿੰਘ ਕੀ ਦਿਸ਼ ਤਬ ਹੀਰ, ਚਾਰ ਕਰੀ ਮੈਂ ਬੋਲੇ ਫੇਰ। ਔਰ ਫਿਰ ਬੈਠ ਗਏ ਚੁੱਪ ਕਰਕੇ। 4 ਘੜੀਆਂ ਬਾਅਦ ਸਾਹਮਣੇ ਇੱਕ ਸਿੰਘ ਬੈਠਾ, ਆਲਮ ਸਿੰਘ। ਇਹ ਹਮੇਸ਼ਾ ਨਾਲ ਹੀ ਰਹਿੰਦਾ ਸੀਗਾ। ਉਹਦੇ ਵੱਲ ਦੇਖ ਕੇ ਕਹਿਣ ਲੱਗੇ ਦੋਹਰਾ, ਤੇਰੇ ਮੁਖ ਤੇ ਮੁਸਕਾਏ ਕਹਿ, ਕਰਨਾ ਦ੍ਰਿਸ਼ਟ ਨਿਹਾਰ। ਔਰ ਮੇਰੇ ਪ੍ਰੀਤਮ ਜੀ ਆਲਮ ਸਿੰਘ ਵੱਲ ਦੇਖ ਕੇ ਕੁਝ ਹੱਸੇ, ਕੁਝ ਮੁਸਕਰਾਏ, ਦਇਆ ਦ੍ਰਿਸ਼ਟੀ ਕਰਦੇ ਹੋਏ ਕਹਿੰਦੇ, ਆਲਮ ਸਿੰਘ ਰੰਗੜ ਵੱਡਾ, ਤੂੰ ਹਮ ਪਿਛੋ ਵਿਚਾਰ। ਕਹਿਣ ਲੱਗੇ ਆਲਮ ਸਿਆ ਤੂੰ ਬਹੁਤ ਵੱਡਾ ਰੰਗੜ ਭਾਵ ਯੋਧਾ ਹੈ। ਕਹਿ ਆਲਮ ਸਿੰਘ ਜੋਰ ਕਰ, ਮੈਂ ਸਿਖਰਾਵਰ ਕੀਰ। ਅਸੀਂ ਵਿਚਾਰ ਕੇ ਦੇਖਿਆ ਕਿ ਤੂੰ ਬੜਾ ਵੱਡਾ ਯੋਧਾ ਹੈ, ਰੰਗੜ ਹੈ। ਤੇ ਆਲਮ ਸਿੰਘ ਕਹਿਣ ਲੱਗਿਆ ਮਹਾਰਾਜ ਮੈਂ ਤਾਂ ਤੁਹਾਡਾ ਸਿੱਖ ਹਾਂ, ਠੀਕ ਹੈ, ਰੰਗੜਾਂ ਦੇ ਵਿੱਚ ਮੈਂ ਪੈਦਾ ਹੋਇਆ, ਪਰ ਮੈਂ ਤੁਹਾਡਾ ਬੱਚਾ ਹਾਂ। ਜਾਨੋ ਆਪਣਾ ਦਾਸ ਮੁਝ, ਰੱਖੋ ਭਰੋਸ ਬਡੇਰ। ਹਾਂ ਤੁਸੀਂ ਮੇਰੇ ਤੇ ਕਿਰਪਾ ਦ੍ਰਿਸ਼ਟੀ ਕਰਦੇ ਹੋ ਆਪਣਾ ਦਾਸ ਜਾਣ ਕੇ, ਤੇ ਮੈਨੂੰ ਇਸੇ ਤਰ੍ਹਾਂ ਚਰਨੀ ਲਾਏ ਰੱਖੋ। ਮੈਨੂੰ ਤੁਹਾਡੇ ਉੱਤੇ ਬੜਾ ਭਰੋਸਾ ਹੈ, ਤੁਸੀਂ ਮੇਰੇ ਤੇ ਇੰਨਾ ਭਰੋਸਾ ਕਰਦੇ ਹੋ। ਕਹਿਓ ਲੋਕੋ ਕਾਟੇ ਲੋਹਾ, ਰੰਗੜ ਕੋ ਰੰਗੜ ਹੱਥ ਰੋਹਾ। ਪਾਤਸ਼ਾਹ ਜੀ ਕਹਿੰਦੇ ਜਿਵੇਂ ਲੋਹੇ ਨੂੰ ਲੋਹਾ ਕੱਟਦਾ ਹੈ, ਰੰਗੜ ਨੂੰ ਹੋਰ ਨੂੰ ਕਿ ਮਾਰ ਸਕਦਾ, ਰੰਗੜ ਨੂੰ ਰੰਗੜ ਹੀ ਮਾਰਦਾ। ਕਹੋ ਸਤਨਾਮ। ਜਿਵੇਂ ਲੋਹੇ ਨੂੰ ਲੋਹਾ ਕੱਟਦਾ ਹੈ, ਮੈਂ ਰੰਗੜਾਂ ਨੂੰ ਰੰਗੜ ਹੀ ਖਤਮ ਕਰਦੇ ਹਨ। ਇਸ ਕਰਕੇ ਗੁਰੂ ਪਿਆਰਿਓ, ਕਿਸੇ ਵੀ ਧਰਮ ਨੂੰ ਖਤਮ ਕਰਨ ਦੇ ਵਿੱਚ ਉਹ ਧਰਮ ਨੂੰ ਸਾਹਮਣੇ ਦੁਸ਼ਮਣਾਂ ਤੋਂ ਉਨਾ ਖਤਰਾ ਨਹੀਂ ਹੁੰਦਾ ਜਿਹੜੇ ਉਹੋ ਜਿਹਾ ਲਿਬਾਸ ਧਾਰ ਕੇ ਵਿੱਚ ਵੜ ਕੇ ਨੁਕਸਾਨ ਕਰਦੇ ਆ। ਕਹੋ ਸਤਨਾਮ ਸਿੰਘ। ਸੰਤ ਜਰਨੈਲ ਸਿੰਘ ਜੀ ਵੇਲੇ ਵੀ ਬਹੁਤ ਸਾਰੇ ਲੋਕਾਂ ਨੇ ਸਿਰ ਤੇ ਖੱਟੇ ਪਰਨੇ ਬੰਨ੍ਹ ਕੇ, ਕਿਰਪਾਨ ਤਾਂ ਤੁਹਾਨੂੰ ਪਤਾ ਦੁਕਾਨਾਂ ਤੋਂ ਮਿਲ ਹੀ ਜਾਂਦੀਆਂ, ਤੇ ਉਹਨਾਂ ਲੋਕਾਂ ਨੇ ਕਿਹੜੇ ਅੰਮ੍ਰਿਤ ਛਕੇ ਹੋਣਗੇ ਜਿਨ੍ਹਾਂ ਨੇ ਵਿੱਚ ਵੜ ਕਰਕੇ ਗੁਰੂ ਪਿਆਰਿਓ ਅਨੇਕਾਂ ਘਰਾਂ ਦੇ ਵਿੱਚ ਜਾ ਕੇ ਪ੍ਰਸ਼ਾਦਾ ਛਕਣਾ, ਰੋਟੀ ਮੰਗਣੀ, ਫਿਰ ਉਹਨਾਂ ਦੇ ਘਰ ਦੇ ਵਿੱਚ ਨੁਕਸਾਨ ਕਰ ਜਾਣਾ, ਚਾਹੇ ਲੁੱਟਮਾਰ ਕਰਨੀ, ਚਾਹੇ ਹੋਰ ਕੋਈ ਬੇਅਦਬੀ ਕਰਨੀ, ਤੇ ਨਾਮ ਕਿਹਦੇ ਲੱਗਣਾ? ਸਿੱਖਾਂ ਦੇ। ਕਹੋ ਸਤ ਸਿੱਖ ਆਏ ਸੀਗੇ, ਇਹਨਾਂ ਦੇ ਘਰੇ ਸਿੱਖ ਆਏ ਸੀਗੇ। ਇਸ ਕਰਕੇ ਜਿਵੇਂ ਇੱਥੇ ਪਾਤਸ਼ਾਹ ਕਹਿ ਰਹੇ ਆ ਰੰਗੜਾਂ ਨੂੰ ਰੰਗੜ ਹੀ ਮਾਰਦੇ ਆ, ਇਸ ਤਰ੍ਹਾਂ ਹੀ ਧਰਮ ਨੂੰ ਕਈ ਵਾਰੀ ਪਖੰਡੀ ਜਦੋਂ ਉਹਦੇ ਵਿੱਚ ਵੜ ਜਾਂਦੇ ਹਨ ਰੂਪ ਧਾਰ ਕੇ, ਉਹੋ ਜਿਹਾ ਲਿਬਾਸ ਧਾਰ ਕੇ ਉਹ ਨੁਕਸਾਨ ਪਹੁੰਚਾਉਂਦੇ ਆ। ਤਾਈਓ ਪਿੱਛੇ ਬਾਬਾ ਜੀ ਨੇ ਕਿਹਾ ਸੀਗਾ ਕਿ ਜਿਹੜਾ ਸਿੱਖ ਪਖੰਡ ਧਾਰਨ ਕਰਦਾ ਹੈ, ਅੱਖਾਂ ਮੀਚ ਕੇ ਬੈਠਦਾ, ਮਾਲਾ ਫੇਰਦਾ, ਵੇਖਣ ਦੇ ਵਿੱਚ ਬੜਾ ਵੱਡਾ ਸਿੱਖ ਲੱਗਦਾ ਹੈ, ਪਰ ਮੈਨੂੰ ਉਹ ਚੰਗਾ ਨਹੀਂ ਲੱਗਦਾ,
क्योंकि ਉਹਦੇ ਅੰਦਰ ਹਜੇ ਪ੍ਰੇਮ ਨਹੀਂ ਪੈਦਾ ਹੋਇਆ ਜੀ। ਜਨਮ ਫੇਰ ਰੰਗੜ ਕਰ ਧਰੇ ਰਾਜੀ ਸਭ ਮੌਜੂਦ ਤੁਮ ਕਰੇ। ਔਰ ਪ੍ਰੀਤਮ ਜੀ ਆਲਮ ਸਿੰਘ ਤੇ ਬੜੀ ਹੀ ਕਿਰਪਾ ਦ੍ਰਿਸ਼ਟੀ ਕਰਦੇ ਹੋਏ ਕਹਿ ਰਹੇ ਹੈ ਬਈ ਤੇਰੀ ਜਿਹੜੀ ਮੌਤ ਹੈ ਉਹ ਵੀ ਰੰਗਣਾ ਰਾਹੀਂ ਹੋਵੇਗੀ, ਤੈਨੂੰ ਸਿੰਘ ਨਹੀਂ ਮਾਰਨਗੇ। ਕਹੋ ਸਤਿਨਾਮ। ਤੇ ਫਿਰ ਤੇਰਾ ਜਨਮ ਹੋਵੇਗਾ ਦੁਬਾਰਾ, ਫਿਰ ਤੇਰਾ ਜਦ ਜਨਮ ਹੋਵੇਗਾ ਤੇ ਤੂੰ ਸਿੱਖਾਂ ਦੇ ਘਰ ਪੈਦਾ ਹੋਵੇਗਾ ਤੇ ਫਿਰ तेरे अंडर मैं बहुत सारे राजे करांगा। कहन लगे तेनू सिक्खी भी अद्धी दिती ते राज भोग भी तेनू देवांगे। आलम सिंह बंद कर दोए कहो कि दर्शन भी तुम होए। आलम सिंह पुछदा महाराज तुहाडा भी मिलाप हो जाएगा दोबारा आने वाले समय च। ਧੰਨ ਗੁਰੂ ਨਾਨਕ ਦੇਵ ਜੀ ਜਦੋਂ ਸੱਜਣ ਠੱਗ ਨੂੰ ਮਿਲੇ ਨਾ, ਇਹ ਬਚਨ ਉੱਥੇ ਵੀ ਹੋਇਆ ਉਹਦੇ ਨਾਲ। ਕੋ ਸਤਨਾਮ ਬਾਬਾ ਨਾਨਕ ਜੀ ਦਾ। ਜਦੋਂ ਸੱਜਣ ਠੱਗ ਨੇ ਮਰਦਾਨੇ ਦੇ ਪੁੱਤਰ ਨੂੰ ਜੋ ਭੇਜਿਆ ਤਾਂ ਬਾਬੇ ਨਾਨਕ ਨੇ ਸੀਗਾ, ਜਦੋਂ ਮਰਦਾਨਾ ਸਰੀਰ ਛੱਡ ਗਿਆ ਤੇ ਬਾਬਾ ਜੀ ਪਿੰਡ ਚਲੇ ਗਏ ਨਨਕਾਣਾ ਸਾਹਿਬ। ਨਨਕਾਣਾ ਸਾਹਿਬ ਤੋਂ ਉਹਦੇ ਪੁੱਤਰ ਸ਼ਹਿਜ਼ਾਦੇ ਨੂੰ ਨਾਲ ਲਿਆਏ। ਕਹਿੰਦੇ ਪੁੱਤਰਾ ਤੇਰਾ ਪਿਤਾ ਸਰੀਰ ਛੱਡ ਗਿਆ, ਚੱਲ ਤੈਨੂੰ ਉਹਦਾ ਥਾਂ ਦਿਖਾਈਏ ਕਿੱਥੇ ਉਹ ਸਰੀਰ ਛੱਡਿਆ, ਅਸੀਂ ਉੱਥੇ ਹੀ ਸੰਸਕਾਰ ਕਰਤਾ ਉਹਦਾ। ਤੇ ਜਦੋਂ ਇਸ ਇਲਾਕੇ ਨੂੰ ਆਏ ਤੇ ਰਸਤੇ ਵਿੱਚ ਇੱਕ ਥਾਂ ਰੁਕੇ ਜਿੱਥੇ ਸੱਜਣ ਠੱਗ ਵਸਦਾ ਹੈ ਤੇ ਗੱਲਾਂ ਚੱਲ ਰਹੀਆਂ ਸਨ। ਕਹਿੰਦੇ ਸ਼ਹਿਜ਼ਾਦੇ ਅਸੀਂ ਤੈਨੂੰ ਸਰੋਪਾ ਦੇਣਾ, ਦੱਸ ਬਈ ਕਿਹੋ ਜਿਹਾ ਦਈਏ। ਕਹਿੰਦਾ ਜਿਹੋ ਜਿਹਾ ਮੇਰੇ ਬਾਪ ਨੂੰ ਦਿੱਤਾ ਉਹੋ ਜਿਹਾ ਮੈਨੂੰ ਦੇ ਦਿਓ। ਕਹਿੰਦੇ ਚੱਲ ਠੀਕ ਆ। ਤੇ ਹੁਣ ਜਦੋਂ ਉੱਥੇ ਰੁਕੇ ਸ਼ਹਿਜ਼ਾਦਾ ਕਹਿੰਦਾ ਮਹਾਰਾਜ ਬੈਠੇ ਤਾਂ ਹੈਗੇ, ਭੁੱਖ ਜੀ ਲੱਗੀ ਸੀ, ਜਾਓ ਕਹੋ ਤਾਂ ਖਾਇਆ ਵਾ। ਕਹਿੰਦੇ ਜਾਇਆ ਭਾਈ। ਉਹ ਕੁਦਰਤੀ ਸੱਜਣ ਠੱਗ ਦੀ ਸਰਾਂ 'ਚ ਪਹੁੰਚ ਗਿਆ। ਕਹੋ ਸਤਨਾਮ। ਸੱਜਣ ਠੱਗ ਨੂੰ ਬਾਰ ਦੇ ਵਿੱਚ ਸੱਜਣ ਠੱਗ ਬੈਠਾ ਹੈ, ਜਿਹੜੀ ਸਰਾਂ ਚਿੱਟੀ ਕਲੀ ਕੀਤੀ ਆ, ਵਿਚਾਲਿਓ ਪਾਰਟੀਸ਼ਨ ਕੀਤੀ ਆ। ਇੱਕ ਪਾਸੇ ਮੁਸਲਮਾਨਾਂ ਵਾਲੀ ਜਗ੍ਹਾ ਬਣਾਈ ਆ ਨਮਾਜ਼ ਕਰਨ ਵਾਸਤੇ, ਇੱਕ ਪਾਸੇ ਹਿੰਦੂਆਂ ਵਾਲਾ ਮੰਦਿਰ ਬਣਾਇਆ ਛੋਟਾ ਜਿਹਾ, ਤੇ ਪਿੱਛੇ ਦੋਨਾਂ ਦੇ ਇੱਕ ਸਾਂਝਾ ਖੂਹ ਪੱਟਿਆ ਹੋਇਆ। ਤੇ ਜਿਹੜਾ ਯਾਤਰੂ ਆਉਂਦਾ ਆਓ ਜੀ ਆਓ ਜੀ, ਬਹੁਤ ਚੰਗਾ ਕੀਤਾ, ਚੰਨ ਪਾ ਕੇ ਪਵਿੱਤਰ ਕੀਤਾ। ਮੈਂ ਰਾਤ ਕੱਟਣੀ ਸੀਗੀ, ਬੜਾ ਵਧੀਆ ਸੱਤ ਲੱਗਦਾ ਇਹ ਤਾਂ ਭਾਈ, ਬੰਦਾ ਮਾਲਾ ਫੇਰੀ ਜਾਂਦਾ, ਰਾਤ ਇਹਦੇ ਕੋਲ ਕੱਟ ਲੈਂਦੇ ਆ। ਕੋਈ ਨਹੀਂ ਭਾਈ, ਆ ਮੁੰਡਿਓ ਆ ਮਹਾਂਪੁਰਸ਼ ਆਏ ਆ ਬਾਹਰੋਂ, ਇਹਨਾਂ ਦੀ ਸੇਵਾ ਕਰੋ, ਅੰਦਰ ਲੈ ਜਾਣਾ, ਪ੍ਰਸ਼ਾਦਾ ਪਾਣੀ ਛਕਾਉਣਾ, ਰਾਤ ਨੂੰ ਮਾਰ ਕੇ ਖੂਹ ਸਿੱਟ ਦੇਣਾ ਪਿੱਛੇ। ਕਹੋ ਸਤਨਾਮ। ਸੱਜਣ ਠੱਗ ਨੇ ਇਹੋ ਜਿਹੇ ਬਹੁਤ ਸਾਰੇ ਲੋਕਾਂ ਨੂੰ ਮਾਰਿਆ ਸੀਗਾ। ਅੱਜ ਵੀ ਦੁਨੀਆ ਵਿੱਚ ਹੈ ਜਿਨ੍ਹਾਂ ਨੇ ਦਰਿਆਵਾਂ ਦੇ ਉੱਤੇ ਘਰ ਪਾਏ ਹੋਏ ਆ, ਤੇ ਜਿਹੜਾ ਕੋਈ ਉਹੋ ਜਿਹਾ ਫਸ ਜਾਂਦਾ ਲੁੱਟ ਕੇ ਦਰਿਆ ਸਿੱਟ ਦਿੰਦੇ ਆ। ਕਹੋ ਸਤਨਾਮ। ਧੰਨ ਗੁਰੂ ਨਾਨਕ ਦੇਵ ਜੀ ਰੁਕੇ ਤੇ ਸ਼ਹਿਜ਼ਾਦਾ ਫਸ ਗਿਆ ਉਹਨਾਂ ਕੋਲੇ। ਕਹਿੰਦਾ ਜੀ ਪ੍ਰਸ਼ਾਦਾ ਛਕਣਾ ਸੀ। ਆ ਜਾਓ। ਕਿੱਥੋਂ ਆਏ ਹੋ ਭਾਈ? ਮਹਾਰਾਜ ਜੀ ਨਨਕਾਣਾ ਸਾਹਿਬ ਤੋਂ ਆਏ ਆ, ਤਲਵੰਡੀ ਤੋਂ। ਅੱਛਾ ਬਾਬਾ ਜੀ ਨਾਲ ਆਏ ਆ। ਅੱਛਾ। ਆਵਾਜ਼ ਮਾਰੀ, ਅੰਦਰ ਮੁੰਡੇ ਰੱਖੇ ਹੋਏ ਆ ਤਕੜੇ ਸਿਰਾਂ ਵਾਲੇ ਮੋਟੇ ਡਾਢੇ। ਉਹ ਵੀ ਸੇਵਾਦਾਰੋ? ਹਾਂ ਬਾਬਾ ਜੀ ਨਾਲ ਆਇਆ ਮੁੰਡਾ, ਇਹਨੂੰ ਜਲ ਪਾਣੀ ਛਕਾਓ, ਚੰਗੀ ਤਰ੍ਹਾਂ ਸੇਵਾ ਕਰਿਓ। ਅੰਦਰ ਲੈ ਗਏ। ਕਹਿੰਦੇ ਫੜ ਕੇ ਮੁਸ਼ਕਾਂ ਬੰਨ੍ਹ ਕੇ ਬਿਠਾਤਾ ਔਰ ਮੂੰਹ ਤੇ ਕਾਲਸ ਫੇਰਤੀ, ਪਛਾਣ ਨਾ ਆਵੇ। ਵਾਹ ਚਿਰ ਸ਼ਹਿਜ਼ਾਦਾ ਮੁੜਿਆ ਨਾ। ਬਾਬਾ ਜੀ ਕਹਿੰਦੇ ਬਾਲੇ ਨੂੰ, ਕਹਿੰਦੇ ਬਾਲਿਆ ਸ਼ਹਿਜ਼ਾਦਾ ਤਾਂ ਲੱਗਦਾ ਫਸ ਗਿਆ ਹੁੰਦਾ ਜਿਵੇਂ। ਤੇ ਬਾਬਾ ਜੀ ਕਹਿੰਦੇ ਉੱਥੇ ਪਹੁੰਚੇ, ਕਹਿੰਦੇ ਸੱਜਣਾ ਤੇਰੇ ਕੋਲ ਸਾਡਾ ਇੱਕ ਬੰਦਾ ਆਇਆ ਸੀਗਾ। ਕਹਿੰਦੇ ਨਾ ਜੀ ਨਾ, ਇੱਥੇ ਕਿਹੜਾ ਬੰਦਾ ਆਇਆ? ਤਾਂ ਹੈ ਤੇਰੇ ਕੋਲ ਹੀ ਆਇਆ, ਸਲਾਮ ਵੇਖ ਕੇ ਪ੍ਰਸ਼ਾਦਾ ਛਕਣਾ ਸੀ। ਕਹਿੰਦੇ ਨਹੀਂ। ਕਹਿੰਦੇ ਬਾਲਿਆ ਤਾਂ ਦੇਖ ਕੇ ਅੰਦਰ ਤਲਾਸ਼ੀ ਲਾਈ। ਤਲਾਸ਼ੀ ਲਈ ਤੇ ਵਿਚਾਰਾ ਇੰਜ ਕੁੰਗੜੇ ਜਿਹਾ ਬੈਠਾ, ਮੂੰਹ ਕਾਲਾ ਹੋਇਆ ਉਹਦਾ ਵੀ ਪਛਾਣ ਨਾ ਆਵੇ। ਪਰ ਉਹਨੇ ਬਾਲੇ ਨੂੰ ਪਛਾਣ ਲਿਆ, ਆਵਾਜ਼ ਮਾਰੀ, ਆਵਾਜ਼ ਤੋਂ ਪਛਾਣ ਆਈ ਤੇ ਬਾਲੇ ਨੇ ਖੋਲ੍ਹ ਕੇ ਮੁਸ਼ਕਾਂ ਬਾਹਰ ਲਿਆਂਦਾ। ਕਹਿਣ ਲੱਗੇ ਓਏ ਆ ਕੀ ਸੱਜਣਾ, ਆਹ ਕੰਮ ਕਰਦਾ ਤੂੰ? ਲੁਟੇਰਾ ਬਣਿਆ ਹੋਇਆ ਤੂੰ ਬਣਾ ਕੇ ਸਰਾਂ। ਉੱਥੇ ਫਿਰ ਸ਼ਬਦ ਉਚਾਰਿਆ, ਉਜਲ ਕਹਿਹਾਂ ਚਿਲਕਣਾ ਘੋਟ ਮਕਾਲੜੀ ਮਸ। ਇਹ ਦੋ ਅਰਥ ਬਣ ਗਏ। ਉਜਲ ਕਿਹਾ, ਜੇ ਕਿਹਾ ਕਹਿ ਦਈਏ ਨਾ, ਫਿਰ ਬਾਹਰੋਂ ਸੋਹਣਾ ਬਣਨ ਦਾ ਕੀ ਫਾਇਦਾ ਜੇ ਅੰਦਰ ਵਿਸ਼ੇ ਵਕਾਰ ਢੋਈ ਦਵੈਤ ਲੈਂਦੇ ਆ, ਚੁਗਲੀ ਸਾੜਾ ਨਿਕਲਿਆ ਹੀ ਨਹੀਂ ਹਜੇ। ਤੇ ਦੂਜਾ ਅਰਥ ਕਰਾਂਗੇ ਦਾ ਕਹਿਹਾਂ ਜੇ ਬਿੰਦੀ ਲਾ ਕੇ, ਤੇ ਕਹਿੰਦੇ ਆ ਕਾਂਸੀ ਨੂੰ।
ਤੇ ਕਾਂਸੀ ਦੇ ਕੌਲ ਨੂੰ ਜਿੰਨਾ ਮਰਜ਼ੀ ਮਾਂਜ ਲਿਓ, ਚਮਕਾ ਲਿਓ, ਮੁੜ ਕੇ ਉਹ 'ਚ ਉਂਗਲ ਮਾਰਿਓ, ਤੁਹਾਡੀ ਉਂਗਲ ਫੇਰ ਕਾਲੀ ਕਰ ਦੂਗਾ। ਕਹੋ ਸਤਨਾਮ। ਤਾਂ ਦੋਨੇ ਅਰਥੀ ਹੈ। ਉਹ ਕਾਂਸੀ ਦੇ ਕੌਲ ਦੇ ਨਾਲ ਮਿਲਾ ਕੇ ਕਹਿੰਦੇ ਉਹ ਤੇਰਾ ਬਾਹਰੋਂ ਚਿੱਟੀ ਸਰਾਂ, ਚਿੱਟੀ ਮਾਲਾ, ਚਿੱਟਾ ਚੋਲਾ ਪਾਇਆ ਹੋਇਆ, ਬਾਹਰ ਬੈਠਾ ਫੇਰੀ ਜਾਂਦਾ ਹੈ, ਤੇ ਆਹ ਕੀ ਕੰਮ ਹੈ ਬਈ? ਉਜਲ ਕਹਿਆ ਚਿਲਕਣਾ ਘੋਟਮ ਕਾਲੜੀ ਮਸ, ਧੋਤਿਆਂ ਜੂਠ ਨਾ ਉਤਰੈ, ਜੇ ਸੋ ਧੋਵਾਂ ਤਿਸ ਸੱਜਣ ਸਹੀ ਸੱਜਣਾ ਮੈਂ, ਚਲਦਿਆਂ ਨਾਲ ਚਲਾਨੋ। ਤੂੰ ਤਾਂ ਆਪਦੇ ਨਾਮ ਨੂੰ ਲਾ ਦਿਲਾਤੀ ਹੋਏ। ਨਾਮ ਸੱਜਣ ਤੇ ਕੰਮ ਠੱਗਾਂ ਵਾਲੇ। ਸੱਜਣ ਤਾਂ ਉਹ ਹੁੰਦੇ ਜਿਹੜੇ ਔਖੇ ਵੇਲੇ ਕੰਮ ਆਉਂਦੇ ਆ। ਸੱਜਣ ਸਹੀ ਸੱਜਣਾ ਮੈਂ, ਚਲਦਿਆਂ ਨਾਲ ਚਲਾਣ, ਜਿੱਥੇ ਲੇਖਾ ਮੰਗੀਆਂ ਤਿੱਥੇ ਖੜੇ ਦਿਸਣ। ਜਦੋਂ ਦੇ ਸਾਰੇ ਭੇਤ ਐ ਖੋਲ ਕੇ ਸਾਹਮਣੇ ਰੱਖਤੇ ਨਾ, ਫਿਰ ਪੈਰੀ ਪੈ ਗਏ ਆ। ਕਹਿੰਦਾ ਕਿੰਨੇ ਬੰਦੇ ਮਾਰੀ ਅੱਜ ਤੱਕ, ਤੇ ਖੂਹ ਸਿੱਟੀ ਆ ਪਿੱਛੇ। ਕਹਿੰਦੀ ਇਹ ਤਾਂ ਅੰਤਰਜਾਮੀ ਆ, ਸਾਰਾ ਜਾਣਦਾ ਇਹ ਤਾਂ। ਫਿਰ ਮਾਫੀ ਮੰਗਦਾ ਹੈ। ਫਿਰ ਬਾਬਾ ਜੀ ਉਹਨੂੰ ਇਸ ਕੰਮ ਤੋਂ ਵਰਜ ਕੇ ਉਸੇ ਦੀ ਸਰਾਂ ਨੂੰ ਸਿਮਰਨ ਭਜਨ ਵਾਸਤੇ ਵੀ ਵਰਤਦੇ ਆ। ਉਹਨੂੰ ਗਿਆਨ ਦਿੱਤਾ ਤੇ ਉਹਨੂੰ ਸਿਮਰਨ ਦਿੱਤਾ, ਬ੍ਰਹਮ ਗਿਆਨ ਦਿੱਤਾ, ਤੇ ਉਸ ਨੂੰ ਉਸੇ ਦਿਨ ਤੋਂ ਉੱਥੇ ਬਦਲ ਕੇ ਸੰਤ ਬਣਾ ਕੇ ਬਿਠਾਇਆ। ਕਹੋ ਸਤਨਾਮ। ਰਹਿ ਇੱਥੇ ਹੀ, ਪਰ ਐਦਾਂ ਨਾ ਕਰ ਜਿਵੇਂ ਤੂੰ ਪਹਿਲਾਂ ਕਰਦਾ ਸੀਗਾ। ਜਦੋਂ ਬਾਬਾ ਜੀ ਤੁਰਨ ਲੱਗੇ ਤੇ ਸੱਜਣ ਪੁੱਛਦਾ ਹੁਣ ਮੈਂ ਠੱਗ ਨਾ ਕਹਾਂ। ਕਹਿੰਦਾ ਮਹਾਰਾਜ ਦੁਬਾਰੇ ਕਦੋਂ ਮੇਲ ਹੋਣਗੇ? ਫਿਰ ਦੂਸਰਾ ਸ਼ਬਦ ਲਿਖਿਆ ਪਾਤਸ਼ਾਹ ਜੀ ਕਹਿੰਦੇ ਜੇ ਗੁਣ ਹੋਵੇ ਗੰਠੜੀਆ ਮਿਲੇਗਾ ਸੋਈ। ਸਾਨੂੰ ਜਿਹੋ ਜਿਹੇ ਸਾਡੇ 'ਚ ਗੁਣ ਹੁੰਦੇ ਆ, ਸਾਨੂੰ ਉਹੋ ਜਿਹੇ ਬੰਦੇ ਅੱਗੋਂ ਮਿਲ ਜਾਂਦੇ ਆ। ਠੱਗਾਂ ਨੂੰ ਠੱਗ ਮਿਲ ਜਾਂਦੇ ਆ, ਚੋਰਾਂ ਨੂੰ ਚੋਰ ਮਿਲ ਜਾਂਦੇ ਆ, ਸਾਧਾਂ ਨੂੰ ਸਾਧ ਮਿਲ ਜਾਂਦੇ ਆ। ਕਹੋ ਸਤਨਾਮ। ਸਿੱਖਾਂ ਨੂੰ ਸਿੱਖ ਮਿਲ ਜਾਂਦੇ ਆ, ਸਿੰਘਾਂ ਨੂੰ ਸਿੰਘ ਮਿਲ ਜਾਂਦੇ ਆ, ਨਿਹੰਗਾਂ ਨੂੰ ਨਿਹੰਗ ਮਿਲ ਜਾਂਦੇ ਆ। ਭਾਵ ਜਿਹੋ ਜਿਹਾ ਬੰਦੇ 'ਚ ਗੁਣ ਹੁੰਦਾ ਉਹੋ ਜਿਹਾ ਬੰਦਾ ਅੱਗੋਂ ਮਿਲ ਜਾਂਦਾ। ਬਾਬਾ ਜੀ ਕਹਿੰਦੇ ਜੇ ਤੂੰ ਮੇਰੇ ਵਾਲੇ ਗੁਣ ਧਾਰਨ ਕਰ ਲੈ ਆਪਾਂ ਜ਼ਰੂਰ ਮਿਲਾਂਗੇ। ਜੇ ਗੁਣ ਹੋਵਨ ਗੰਠੜੀ ਹੈ ਮਿਲੇਗਾ ਸੋਈ, ਮਿਲਿਆ ਹੋਏ ਨਾ ਵਿਛੜਾ। ਜੇ ਮਿਲਿਆ ਹੋਈ, ਇਹ ਦੋਨੇ ਸ਼ਬਦ ਇਕੱਠੇ ਲਿਖੇ ਆ ਗੁਰਬਾਣੀ ਵਿੱਚ। ਪਹਿਲਾ ਸ਼ਬਦ ਉੱਥੇ ਆ ਕੇ ਉਚਾਰਿਆ, ਦੂਜਾ ਤੁਰਨ ਲੱਗਿਆ ਉਚਾਰਿਆ। ਗੁਰੂ ਪਾਤਸ਼ਾਹ ਜੀ ਕਹਿ ਰਹੇ ਸੀ, ਕਹਿੰਦੇ ਕਹਿਓ ਗੁਰੂ ਆਲਮ ਸਿੰਘ ਬੰਦ ਕਰ ਦੋਏ, ਕਹਿਓ ਕਿ ਦਰਸ਼ਨ ਪੀ ਤੁਮ ਹੋਏ। ਤੁਹਾਡੇ ਦਰਸ਼ਨ ਹੋਣਗੇ ਕਿ ਨਹੀਂ? ਕਹਿਓ ਗੁਰੂ ਹਰਿ ਪੀ ਰੱਖੇ, ਹਿਰਦੇ ਭਾਵਨੀ ਹੋਏ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਸਾਡੇ ਵੀ ਮਨ ਵਿੱਚ ਭਾਵਨਾ ਤਾਂ ਹੈ, ਅਸੀਂ ਵੀ ਇੱਕ ਭਾਵਨਾ ਰੱਖਦੇ ਹਾਂ ਹਿਰਦੇ ਵਿੱਚ। ਕਾਹਦੀ? ਸ਼੍ਰੀ ਅੰਮ੍ਰਿਤਸਰ ਪਹੁੰਚਵੇ ਰਾਮ ਸਰੋਵਰ ਜੋਏ। ਅਸੀਂ ਅੰਮ੍ਰਿਤਸਰ ਨਹੀਂ ਗਏ ਹਲੇ ਤੱਕ। ਕਹੋ ਸਤਨਾਮ ਸਿੰਘ। ਕਿਉਂਕਿ ਪਾਤਸ਼ਾਹ ਜੀ ਜਿਹਦੀ ਸ਼ਾਦੀ ਹੋਈ ਹੈ ਨਾ, ਲਾਹੌਰ 'ਚ ਪੈਰ ਨਹੀਂ ਪਾਇਆ, ਕਿਉਂਕਿ ਲਾਹੌਰ ਦੇ ਵਿੱਚ 5ਵੇਂ ਪਾਤਸ਼ਾਹ ਨੂੰ ਸ਼ਹੀਦ ਕੀਤਾ ਗਿਆ ਸੀ। ਕਹੋ ਸਤਨਾਮ ਸਿੰਘ। ਇਸ ਕਰਕੇ ਪਾਤਸ਼ਾਹ ਜੀ ਨੇ ਉੱਥੇ ਗੁਰੂ ਕਾ ਲਾਹੌਰ ਵਸਾ ਲਿਆ ਅਨੰਦਪੁਰ 'ਚ। ਉੱਥੋਂ ਹੀ ਤੀਸਰੀ ਸ਼ਾਦੀ ਕਰਕੇ ਲੈ ਕੇ ਆਏ ਸੀ ਮਾਤਾ ਸਾਹਿਬ ਕੌਰ ਜੀ ਨੂੰ। ਪਰ ਸਤਿਗੁਰੂ ਪਾਤਸ਼ਾਹ ਕਹਿੰਦੇ ਅਸੀਂ ਭਾਵਨਾ ਰੱਖਦੇ ਹਾਂ ਕਿ ਅੰਮ੍ਰਿਤਸਰ ਦਰਸ਼ਨ ਕਰਨੇ ਸੀ। ਵੇਦ 11ਵੀਂ ਹਮ ਚਲਿਆ ਵੈ, ਜਿਸ ਤੇ ਕੋਈ ਨਾ ਹਮ ਲਖ ਪਾਵੈ। ਅਸੀਂ ਆਵਾਂਗੇ ਦੁਬਾਰੇ 11ਵਾਂ ਜਾਮਾ ਲੈ ਕੇ। ਭਾਵ ਹੁਣ 10ਵਾਂ ਜਾਮਾ ਹੋ ਗਿਆ ਨਾ 10ਵੇਂ ਪਾਤਸ਼ਾਹ ਦਾ, ਗੁਰੂਆਂ ਦੀ ਜੋਤ ਦਾ। ਤੇ ਇਹ 24ਵਾਂ ਅਵਤਾਰ ਹੋਊਗਾ, ਜਿਹਨੂੰ ਨੇਕ ਕਲੰਕੀ ਅਵਤਾਰ ਵੀ ਕਹਿੰਦੇ ਆ। ਇਤਿਹਾਸਕ ਗ੍ਰੰਥਾਂ ਵਿੱਚ ਲਿਖਿਆ ਹੋਇਆ ਵੀ ਇੱਕ 24ਵਾਂ ਅਵਤਾਰ ਬਾਕੀ ਹੈ। ਉਹ ਦੁਸ਼ਟ ਦਮਨ ਨਹੀਂ ਆਉਣਾ। ਜਦੋਂ ਵੀ ਲੋੜ ਪਈ ਪਰਮੇਸ਼ਰ ਨੂੰ, ਤੇ ਉਦੋਂ ਫਿਰ ਉਹਨਾਂ ਨੂੰ ਇਹੀ ਯੋਧਾ ਦਿਸਣਾ ਹੈ ਜਿਸ ਵੇਲੇ ਮਾਤਲੋਕ ਵਿੱਚ ਔਰੰਗਜ਼ੇਬ ਨੁਕਸਾਨ ਕਰ ਰਿਹਾ ਸੀ, ਧਰਤੀ ਦੀਆਂ ਪੁਕਾਰਾਂ ਗਈਆਂ, ਤੇ ਉਸ ਵੇਲੇ ਪਰਮੇਸ਼ਰ ਨੇ ਨਿਗਾਹ ਮਾਰੀ। ਉਹਨਾਂ ਦੇ ਸਾਹਮਣੇ ਬੇਅੰਤ ਪੀਰ ਫਕੀਰ ਯੋਧੇ ਮਹਾਬਲੀ ਖੜੇ ਆ ਹੱਥ ਬੰਨੀ ਕੇ ਸਾਨੂੰ ਮਾਤਲੋਕ ਵਿੱਚ ਜਾਣ ਦੀ ਸੇਵਾ ਬਖਸ਼ੋ। ਤੇ ਪਰਮੇਸ਼ਰ ਨੇ ਸਾਰਿਆਂ ਤੇ ਨਿਗਾਹ ਮਾਰੀ, ਪਰ ਕੋਈ ਵੀ ਔਰੰਗਜ਼ੇਬ ਦੇ ਮੁਕਾਬਲੇ ਦਾ ਨਾ ਦਿਸਿਆ। ਤੇ ਫਿਰ ਉਹਨਾਂ ਦੀ ਨਿਗਾਹ ਗਈ ਦੁਸ਼ਟ ਦਮਨ ਜੀ, ਜੋ ਹੇਮਕੁੰਡ ਸਾਹਿਬ ਬੈਠੇ ਇੱਕਮਿਕ ਹੋ ਚੁੱਕੇ ਸੀ। ਹੇਮਕੁੰਟ ਪਰਵਤ ਹੈ ਜਹਾਂ, ਸਪਤ ਸ੍ਰਿੰਗ ਸ਼ੋਭਤ ਹੈ ਤਹਾਂ, ਤੈ ਹਮ ਅਧਿਕ ਤਪੱਸਿਆ ਸਾਧੀ, ਮਹਾਕਾਲ ਕਾਲ ਕਾ ਅਰਾਧੀ, ਕਰਤ ਤਪੱਸਿਆ ਜਬ ਹਮ ਭਇਓ ਦਵੈ ਤੇ ਇੱਕ ਰੂਪ ਹੋਏ ਗਏ। ਉੱਥੇ ਬੈਠੇ ਸੀ, ਉੱਥੋਂ ਸੱਦ ਕੇ ਸਾਨੂੰ ਭੇਜਿਆ ਵੀ ਤੂੰ ਜਾ। ਇਹ ਔਰੰਗਜ਼ੇਬ ਨੇ ਜਿਹੜਾ ਜ਼ੁਲਮ ਵਧਾਇਆ ਹੋਇਆ ਇਹਨੂੰ ਖਤਮ ਕਰਕੇ ਨਵਾਂ ਪੰਥ ਪ੍ਰਗਟ ਕਰ, ਜਿਹੜਾ ਆਉਣ ਵਾਲੇ ਸਮੇਂ ਵਿੱਚ ਸਮੇਂ-ਸਮੇਂ ਤੇ
ਦੁਸ਼ਟਾਂ ਦਾ ਖਾਤਮਾ ਆਪੇ ਹੀ ਕਰਦਾ ਰਵੇ। ਉਹ ਖਾਲਸਾ ਪੰਥ ਸਾਜਿਆ। ਮੇਰੇ ਪ੍ਰੀਤਮ ਜੀ ਕਹਿੰਦੇ ਸਾਡਾ ਵੀ ਜੀ ਤਾਂ ਕਰਦਾ ਹੈ ਆਲਮ ਸਿਆ। ਪੰਥ ਖਾਲਸਾ ਖੇਤੀ ਮੇਰੀ, ਕਰੋ ਸੰਭਾਲਣ ਮੈਂ ਤਿਸ ਬੇਰੀ। ਬੇਰ 11ਵੀਂ ਹਮ ਚੱਲ ਆਵੈ, ਜਿਸ ਤੇ ਕੋਈ ਨਾ ਹਮ ਲਖ ਪਾਵੈ। ਪਰ ਮੇਰੀ ਕਿਸੇ ਨੂੰ ਪਛਾਣ ਨਹੀਂ ਆਉਣੀ। ਮੈਂ ਸਿੰਘਾਂ ਦੇ ਵਿੱਚ ਹੀ ਵਰਤਣਾ ਹੈ, ਆ ਕੇ ਸਿੱਖ ਹੀ ਬਣ ਕੇ ਆਵਾਂਗਾ, ਸਿੰਘ ਬਣ ਕੇ ਆਵੇਂਗਾ। ਹੁਣ ਉਹ ਜੇ ਗੁਰੂ ਬਣ ਕੇ ਆਉਣ ਤੇ ਫਿਰ ਗ੍ਰੰਥ ਸਾਹਿਬ ਨੂੰ ਕੈਂਸਲ ਕਰਨਗੇ। ਪਰ ਕਿਉਂ ਕਰਨਗੇ? ਇਹਨਾਂ ਨੇ ਸਦਾ ਰਹਿਣਾ ਹੈ, ਉਹਨਾਂ ਨੇ ਗੁਰੂ ਬਣਾਇਆ ਤੇ ਹੁਣ ਉਹ ਸਿੰਘ ਦੇ ਰੂਪ ਦੇ ਵਿੱਚ ਵਿਚਰਦੇ ਆ। ਬਹੁਤ ਸਾਰੀ ਵਾਰੀ ਹੇਮਕੁੰਡ ਦੇ ਇਲਾਕੇ ਵਿੱਚ ਲੋਕ ਕਹਿੰਦੇ ਆ ਸਾਨੂੰ ਝੋਲਾ ਪਿਆ, ਸਾਨੂੰ ਦਰਸ਼ਨ ਹੋਇਆ। ਕਮਾਈ ਤਾਂ ਕਹਿੰਦੀ ਜੀ ਮੈਂ ਪਿੱਛੇ ਰਹਿ ਗਈ ਸੀ, ਮੈਨੂੰ ਇਸ ਤਰ੍ਹਾਂ ਦਾ ਨਿਹੰਗ ਬਾਣੇ ਵਿੱਚ ਮਿਲਿਆ ਤੇ ਉਹ ਮੈਨੂੰ ਤਾਹਾਂ ਤੱਕ ਛੱਡ ਕੇ ਗਿਆ। ਕੋਈ ਸਤਨਾਮ। ਕੀ ਕਹਿੰਦੇ ਆ ਪਾਤਸ਼ਾਹ? ਪੰਥ ਖਾਲਸਾ ਖੇਤੀ ਮੇਰੀ, ਘਰੋਂ ਸੰਭਾਲਣ ਮੈਂ ਤਿਸ ਮੇਰੀ। 11ਵੀਂ ਜੋਤ ਵਿੱਚ ਭਾਵ 24ਵਾਂ ਅਵਤਾਰ ਧਾਰ ਕੇ ਮੈਂ ਆਊਂਗਾ ਤੇ ਮੈਂ ਆਪਣੇ ਖਾਲਸਾ ਪੰਥ ਨੂੰ ਸੰਭਾਲਾਂਗਾ। ਵਧੇ ਰਾਜ ਚਿਤ ਸਿੰਘ, ਗਨ ਉਮਤ ਹੋਏ ਵਿਨਾਸ਼। ਹਾਂ, ਉਮਤ ਉਹ ਲੋਕ ਜਿਹੜੇ ਜ਼ੁਲਮ ਕਰਨ ਵਾਲੇ ਆ ਖਤਮ ਹੋ ਜਾਣਗੇ ਔਰ ਖਾਲਸਾ ਰਾਜ ਵੱਧਦਾ ਜਾਵੇਗਾ। ਏਡੇ ਖਾਵੇ ਖਾਲਸਾ, ਮੋਹਿ ਸੰਭਾਲੇ ਸਾਸ। ਖਾਲਸਾ ਜਿਹੜਾ ਮੈਨੂੰ ਨਹੀਂ ਸੰਭਾਲੇਗਾ, ਭਾਵ ਮੈਨੂੰ ਯਾਦ ਨਹੀਂ ਕਰੇਗਾ ਸਵਾਸ ਸਵਾਸ, ਉਹ ਦੁਖੀ ਹੋਵੇਗਾ। ਜਿਹੜਾ ਮੈਨੂੰ ਯਾਦ ਨਹੀਂ ਕਰੇਗਾ ਉਹ ਦੁਖੀ ਹੋਵੇਗਾ। ਜਿਹੜਾ ਮੈਨੂੰ ਯਾਦ ਕਰੂਗਾ ਉਹਨੂੰ ਮੈਂ ਸੰਭਾਲੂੰਗਾ। ਠੇਡੇ ਖਾਂਦੇ ਨੂੰ ਭਾਵ ਭਟਕਦੇ ਹੋਏ ਨੂੰ। ਉਤਰੂੰਗਾ ਮੈਂ ਤਬੀ ਦਿਨ, ਜਾ ਦਿਨ ਮੁਕਤੇ ਸਿੰਘ। ਉਹਨਾਂ ਦਿਨਾਂ ਵਿੱਚ ਮੈਂ ਆਊਂਗਾ। ਫੂੜ ਗੂੜ ਅਰ ਮੂੜ ਨ੍ਰਿਪ, ਜਾਏ ਖਪੇਂਗੇ ਪਿੰਗ। ਬਾਕੀ ਜਿਹੜੇ ਰਾਜੇ ਆਪਣੇ ਆਪ ਨੂੰ ਸਮਝਦੇ ਆ ਸਭ ਖਤਮ ਹੋ ਜਾਣਗੇ। ਰਹਿੰਦੀ ਵਿਚਾਰ ਕੱਲ ਨੂੰ ਸਰਵਣ ਕਰਾਂਗੇ। ਸਮਾਂ ਸਮਾਪਤੀ ਤੇ ਜਾ ਰਿਹਾ। ਬੋਲਦਿਆਂ ਨੇਕਾਂ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਜੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। हे अच्युत हे पार ब्रह्म अविनाशी अविनाश। हे पूरन हे सर्व में गुणतास। हे संगी हे निरंकार हे निर्गुण सब। हे गोविंद हे गुण निधान। सदा विवेक। हे अपरंपर हर हरे। हे संत कै सदा संग। हे ठाकुर हूँ दास रो। नानक दीजै नाम दान। आए प्रभ शरणागति। एक अखर हर मन बसत। एक ओंकार सतगुरु। सच हुए। वाहिगुरु जी की फतेह है। विनाशन सोए। वाहिगुरु जी की फतेह है। विनाशन सोए। वाहिगुरु जी का खालसा, वाहिगुरु जी की फतेह।